ਸੰਤ ਸੇਵਾ ਸਿੰਘ ਦੁਆਰਾ ਲਿਖੀ ਤੇ ਪ੍ਰਕਾਸ਼ਿਤ ਕੀਤੀ ਪੁਸਤਕ ਹੈ ਸੇ ਕਿਨੇਹਿਆ ਜੀਵਨ ਗਾਥਾ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜੇ ਵਾਲੇ। ਅਗਲਾ ਭਾਗ ਡਾਕਟਰ ਕਰਤਾਰ ਸਿੰਘ ਹੋਰਾਂ ਨਾਲ ਮਿਲਾਪ। ਕਰੇਰੂਏ ਨਗਰ ਤੋਂ ਥੋੜ੍ਹੀ ਦੂਰ ਬਾੜੀ ਨਾਂ ਦਾ ਸ਼ਹਿਰ ਸੀ। ਇਸ ਸ਼ਹਿਰ ਵਿੱਚੋਂ ਹੀ ਲੀੜਾ ਕੱਪੜਾ ਅਤੇ ਹੋਰ ਬਾਜ਼ਾਰੀ ਸਮਾਨ ਖਰੀਦ ਕੇ ਲੋਕ ਆਪਣੀਆਂ ਲੋੜਾਂ ਦੀ ਪੂਰਤੀ ਕਰਦੇ। ਬਿਮਾਰੀ ਦੀ ਹਾਲਤ ਵਿੱਚ ਵੀ ਇਸੇ ਸ਼ਹਿਰ ਤੋਂ ਹੀ ਦਵਾ ਦਾਰੂ ਲਿਆਉਣਾ ਪੈਂਦਾ। ਇਸੇ ਸ਼ਹਿਰ 'ਚ ਪੰਜਾਬੀ ਡਾਕਟਰ ਜਿਨ੍ਹਾਂ ਦਾ ਨਾਮ ਡਾਕਟਰ ਕਰਤਾਰ ਸਿੰਘ ਸੀ ਆਪਣੀ ਪ੍ਰੈਕਟਿਸ ਕਰਦੇ ਸਨ। ਆਮ ਪੰਜਾਬੀ ਲੋਕ ਉਹਨਾਂ ਪਾਸੋਂ ਆਪਣਾ ਇਲਾਜ ਕਰਵਾਉਣ ਜਾਂਦੇ। ਡਾਕਟਰ ਕਰਤਾਰ ਸਿੰਘ ਕਮਿਊਨਿਸਟ ਖਿਆਲਾਂ ਦੇ ਧਾਰਨੀ ਸਨ ਅਤੇ ਜਿਸ ਵੇਲੇ ਮਰੀਜ਼ਾਂ ਤੋਂ ਵਿਹਲੇ ਹੋਣਾ ਆਏ ਗਏ ਪ੍ਰੇਮੀ ਨੂੰ ਆਪਣੇ ਖਿਆਲਾਂ ਦੇ ਭਾਈਵਾਲ ਬਣਨ ਵਾਸਤੇ ਪ੍ਰੇਰਨਾ ਦਿੰਦੇ ਰਹਿਣਾ। ਇਸ ਪ੍ਰਚਾਰ ਦੇ ਸਿੱਟੇ ਵਜੋਂ ਕਈ ਲੋਕ ਨਾਸਤਿਕਤਾ ਵੱਲ ਪ੍ਰੇਰੇ ਗਏ। ਇਸ ਨਾਸਤਿਕਤਾ ਦੇ ਪ੍ਰਚਾਰ ਕੇਂਦਰ ਦਾ ਬਾਬਾ ਜੀ ਨੂੰ ਵੀ ਪਤਾ ਲੱਗਾ। ਬਾਬਾ ਜੀ ਆਪਣੇ ਸਿਮਰਨ ਭਜਨ ਵਿੱਚੋਂ ਵੇਲ ਕੱਢ ਕੇ ਡਾਕਟਰ ਕਰਤਾਰ ਸਿੰਘ ਜੀ ਦੇ ਦੁਕਾਨ 'ਤੇ ਚਲੇ ਗਏ। ਆਮ ਮਰੀਜ਼ਾਂ ਵਾਂਗ ਹੀ ਡਾਕਟਰ ਹੋਰਾਂ ਨੇ ਪੁੱਛਿਆ ਕਿ ਦੱਸੋ ਤੁਹਾਨੂੰ ਕੀ ਤਕਲੀਫ ਹੈ। ਬਾਬਾ ਜੀ ਕਹਿਣ ਲੱਗੇ ਕਿ ਮੈਂ ਤਾਂ ਤੁਹਾਡੇ ਦਰਸ਼ਨ ਕਰਨ ਵਾਸਤੇ ਅਤੇ ਬਚਨ ਸਰਵਣ ਕਰਨ ਵਾਸਤੇ ਹੀ ਆਇਆ, ਹੋਰ ਕਿਸੇ ਕਿਸਮ ਦੀ ਮੈਨੂੰ ਤਕਲੀਫ ਨਹੀਂ ਹੈ। ਡਾਕਟਰ ਸਾਹਿਬ ਮਨ 'ਚ ਬੜੇ ਪ੍ਰਸੰਨ ਹੋਏ ਅਤੇ ਵਿਚਾਰਨ ਲੱਗੇ ਕਿ ਅੱਗੇ ਤਾਂ ਲੋਕਾਂ ਨੂੰ ਪ੍ਰੇਰਨਾ ਦੇ ਕੇ ਆਪਣੀ ਗੱਲ ਉਹਨਾਂ ਤੱਕ ਪਹੁੰਚਾਉਣੀ ਪੈਂਦੀ ਸੀ ਅਤੇ ਇਹ ਪ੍ਰੇਮੀ ਮੇਰੀ ਵਿਚਾਰਧਾਰਾ ਨੂੰ ਸੁਣਨ ਵਾਸਤੇ ਕਾਫੀ ਦੂਰ ਤੋਂ ਆਪ ਚੱਲ ਕੇ ਆਇਆ। ਵਿਹਲੇ ਹੋ ਕੇ ਜਲ ਪਾਣੀ ਛਕਣ ਉਪਰੰਤ ਡਾਕਟਰ ਹੋਰਾਂ ਆਪਣਾ ਭਾਸ਼ਣ ਆਰੰਭ ਕੀਤਾ ਕਿ ਦੇਖੋ ਸਾਡੇ ਮੁਲਕ ਦੇ ਲੋਕ ਕਿੰਨੇ ਭੋਲੇ ਅਤੇ ਸਿੱਧੇ ਹੈ, ਜਿਹਨੂੰ ਕਿਸੇ ਦੇਖਿਆ ਹੀ ਨਹੀਂ, ਜੋ ਨਾ ਅੱਖਾਂ ਨਾਲ ਦਿਸਦਾ ਹੈ, ਨਾ ਉਹਦੀ ਕੋਈ ਹੋਂਦ ਹੈ, ਨਾ ਉਹਨੂੰ ਅੱਜ ਤੱਕ ਕੋਈ ਕਿਸੇ ਨੂੰ ਵਿਖਾ ਸਕਿਆ। ਇਹੋ ਜਿਹੀ ਅਣਹੋਂਦ ਨੂੰ ਲੋਕ ਰੱਬ ਕਹਿ ਕੇ ਉਹਦੀ ਪੂਜਾ ਵੀ ਕਰਦੇ ਹੈ। ਲੋਕਾਂ ਨੇ ਉਹਦੇ ਨਾਂ ਵੀ ਅਨੇਕਾਂ ਹੀ ਰੱਖ ਲਏ ਹੈ। ਉਹ ਅੱਗੇ ਸਵੇਰੇ ਸ਼ਾਮ ਪ੍ਰਾਰਥਨਾਵਾਂ ਵੀ ਕੀਤੀਆਂ ਜਾਂਦੀਆਂ। ਭਲਾ ਜਿਹੜੀ ਵਸਤੂ ਦੀ ਹੋਂਦ ਹੀ ਕੋਈ ਨਹੀਂ, ਉਸ ਪਾਸੋਂ ਤੁਸੀਂ ਕੀ ਆਸ ਰੱਖ ਸਕਦੇ ਹੋ? ਉਹ ਅਣਹੋਂਦ ਤੁਹਾਡੀ ਬੇਨਤੀ ਵੀ ਕਿਵੇਂ ਸੁਣੇਗੀ, ਤੁਹਾਡਾ ਕੀ ਸਵਾਰੇਗੀ? ਹਾਂ, ਇੰਨਾ ਜ਼ਰੂਰ ਹੈ, ਇਸ ਭਰਮ ਅਤੇ ਵਹਿਮ ਦੁਆਰਾ ਕਈ ਲੋਕਾਂ ਦਾ ਹਲਵਾ ਮੰਡਾ ਖੂਬ ਤੁਰਿਆ ਹੋਇਆ ਹੈ। ਇਸ ਪ੍ਰਕਾਰ ਡਾਕਟਰ ਹੋਰਾਂ ਨੇ ਆਪਣਾ ਭਾਸ਼ਣ ਜਾਰੀ ਰੱਖਿਆ। ਬਾਬਾ ਜੀ ਚੁੱਪ ਕਰਕੇ ਸੁਣੀ ਗਏ ਅਤੇ ਡਾਕਟਰ ਹੋਰਾਂ ਨੇ ਬੇਅੰਤ ਪ੍ਰਕਾਰ ਦੀਆਂ ਦਲੀਲਾਂ ਦੇ ਕੇ ਪਰਮਾਤਮਾ ਦੀ ਅਣਹੋਂਦ ਪ੍ਰਗਟ ਕਰਨ ਲਈ ਆਪਣਾ ਵਲਵਲਾ ਕੱਢ ਲਿਆ। ਬਾਬਾ ਜੀ ਬੜੀ ਨਿਮਰਤਾ ਨਾਲ ਡਾਕਟਰ ਹੋਰਾਂ ਨੂੰ ਪੁੱਛਣ ਲੱਗੇ ਕਿ ਡਾਕਟਰ ਸਾਹਿਬ, ਤੁਹਾਡੇ ਕਹਿਣ ਅਨੁਸਾਰ ਤੁਸੀਂ ਉਸ ਵਸਤੂ ਦੀ ਹੋਂਦ ਨੂੰ ਹੀ ਮੰਨਦੇ ਹੋ ਜੋ ਅੱਖਾਂ ਨਾਲ ਦਿਸ ਸਕਦੀ ਹੋਵੇ। ਜੋ ਚੀਜ਼ ਤੁਸੀਂ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸਕਦੇ ਉਹਦੀ ਹੋਂਦ ਤੋਂ ਤੁਸੀਂ ਮੁਨਕਰ ਹੋ। ਪਰ ਡਾਕਟਰ ਜੀ ਵੇਖੋ, ਪਰਮੇਸ਼ਰ ਨੂੰ ਵੇਖਣਾ ਤਾਂ ਬਹੁਤ ਦੂਰ ਦੀ ਗੱਲ ਹੈ। ਉਹਦੀ ਬਹੁਤ ਸਾਰੀ ਕਿਰਤੀ ਐਸੀ ਹੈ ਜਿਹਨੂੰ ਤੁਸੀਂ ਅੱਖਾਂ ਨਾਲ ਨਹੀਂ ਵੇਖ ਸਕਦੇ। ਮਿਸਾਲ ਦੇ ਤੌਰ 'ਤੇ ਮਿਰਚ ਤੁਹਾਡੇ ਸਾਹਮਣੇ ਹੈ, ਪਰ ਉਸ 'ਚ ਜੋ ਕੌੜਾਪਣ ਹੈ ਉਹ ਤੁਸੀਂ ਨਹੀਂ ਵੇਖ ਸਕਦੇ। ਸ਼ੱਕਰ ਜਾਂ ਖੰਡ ਤੁਹਾਡੇ ਪਾਸ ਪਈ ਹੈ, ਉਸ 'ਚ ਜੋ ਮਿਠਾਸ ਹੈ ਉਹ ਵੀ ਤੁਸੀਂ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸਕਦੇ। ਇਸੇ ਤਰ੍ਹਾਂ ਕੁਨੀਨ ਦੀ ਗੋਲੀ ਤੁਸੀਂ ਹਰ ਰੋਜ਼ ਮਰੀਜ਼ਾਂ ਨੂੰ ਦਿੰਦੇ ਹੋ, ਪਰ ਇਹਦੇ ਕੌੜੇਪਣ ਨੂੰ ਅੱਖਾਂ ਨਾਲ ਕਦੇ ਕਿਸੇ ਨਹੀਂ ਵੇਖਿਆ। ਇਸੇ ਪ੍ਰਕਾਰ ਹੋਰ ਬੇਅੰਤ ਚੀਜ਼ਾਂ ਹਨ ਜਿਨ੍ਹਾਂ ਦੀ ਹੋਂਦ ਬਾਰੇ ਬਾਹਰੋਂ ਹੋਰ ਦਿਸਦੀ ਹੈ, ਪਰ ਉਹਨਾਂ 'ਚ ਜੋ ਤਾਸੀਰ ਜਾਂ ਗੁਣ ਹਨ ਉਹ ਦਿਸਦੇ ਨਹੀਂ। ਡਾਕਟਰ ਹੋਰ ਇੱਕਦਮ ਬੋਲੇ ਕਿ ਭਾਈ ਸਾਹਿਬ, ਜੋ ਮਿਰਚ ਖੰਡ ਜਾਂ ਕੁਨੀਨ ਦੀ ਕੁੜੱਤਣ ਅਤੇ ਮਿਠਾਸ ਹੈ ਉਹਨੂੰ ਜੇ ਅਸੀਂ ਵੇਖ ਨਹੀਂ ਸਕਦੇ, ਪਰ ਅਸੀਂ ਦੂਸਰੇ ਇੰਦਰੀ ਜੀਭ ਨਾਲ ਉਹਦਾ ਸਵਾਦ ਚੱਖ ਕੇ ਅਨੁਭਵ ਕਰ ਲੈਂਦੇ ਹਾਂ ਕਿ ਇਹਦਾ ਸਵਾਦ ਕਿਹੋ ਜਿਹਾ। ਬਾਬਾ ਜੀ ਕਹਿਣ ਲੱਗੇ ਕੇਵਲ ਅਨੁਭਵ ਹੀ ਕਰ ਸਕਦੇ ਹੋ, ਵੇਖ ਤਾਂ ਨਹੀਂ ਸਕਦੇ ਨਾ। ਬਾਬਾ ਜੀ ਗਾਂਹ ਬੋਲੇ, ਦੁੱਧ ਤੁਹਾਡੇ ਸਾਹਮਣੇ ਪਿਆ, ਕੀ ਉਸ 'ਚ ਕਦੀ ਘਿਓ ਵੇਖਿਆ? ਦੁੱਧ ਵਾਲੇ ਬਰਤਨ 'ਚ ਹੱਥ ਵੀ ਫੇਰੋ, ਤੁਸੀਂ ਘਿਓ ਨੂੰ ਬਾਹਰ ਕੱਢ ਕੇ ਵੇਖ ਨਹੀਂ ਸਕੋਗੇ। ਜ਼ਬਾਨ ਨਾਲ ਚੱਖ ਵੀ ਲਓ ਤਾਂ ਵੀ ਤੁਹਾਨੂੰ ਘਿਓ ਦਾ ਸਵਾਦ ਨਹੀਂ ਲੱਭੇਗਾ। ਜੇ ਉਹ ਮਨੁੱਖ ਜਿਹਨੇ ਦੁੱਧ ਨੂੰ ਗਰਮ ਕਰਕੇ ਜੰਮਣ ਲਾਇਆ ਹੋਵੇ, ਦਹੀਂ ਬਣ ਜਾਣ 'ਤੇ ਵਿਧੀ ਅਨੁਸਾਰ ਰਿੜਕਿਆ ਹੋਵੇ, ਮੱਖਣ ਕੱਢ ਕੇ ਉਹਨੂੰ ਗਰਮ ਕਰਕੇ ਘਿਓ ਬਣਾਇਆ ਹੋਵੇ, ਉਹ ਤੁਹਾਨੂੰ ਮੁੜ ਆਖੇ ਕਿ ਡਾਕਟਰ ਸਾਹਿਬ ਤੁਸੀਂ ਗਲਤੀ 'ਚ ਹੋ, ਘਿਓ ਇਸੇ ਦੁੱਧ ਵਿੱਚ ਹੀ ਹੈ, ਪਰ ਤੁਸੀਂ ਅਗਿਆਨਤਾ ਬਸ ਕਹੀ ਜਾਓ ਕਿ ਇਸ 'ਚ ਕੋਈ ਘਿਓ ਨਹੀਂ, ਨਾ ਦਿਸਦਾ ਹੈ, ਨਾ ਜੀਭ ਨੂੰ ਸਵਾਦ ਆਉਂਦਾ, ਨਾ ਹੀ ਹੱਥ 'ਚ ਫੜ ਹੁੰਦਾ ਹੈ। ਇਹ ਤੁਹਾਡੀ ਅਗਿਆਨਤਾ ਹੋਏਗੀ ਕਿ ਨਹੀਂ? ਪਰ ਇਹ ਤੁਹਾਡੇ ਵਾਸਤੇ ਗੱਲ ਨਹੀਂ, ਕਿਉਂਕਿ ਤੁਸੀਂ ਕਦੇ ਦੁੱਧ ਨੂੰ ਗਰਮ ਕਰਕੇ ਜੰਮਣ ਲਾ ਦਹੀਂ ਨੂੰ ਰਿੜਕ ਕੇ ਦੁੱਧ 'ਚੋਂ ਘਿਓ ਪ੍ਰਾਪਤ ਹੀ ਨਹੀਂ ਕੀਤਾ। ਜੇ ਤੁਸੀਂ ਉੱਪਰ ਦੱਸੇ ਸਾਧਨ ਅਨੁਸਾਰ ਦੁੱਧ ਦੀਆਂ ਸਾਰੀਆਂ ਹਾਲਤਾਂ ਨੂੰ ਆਪਣੇ ਹੱਥੀਂ ਸਾਧ ਲਓਗੇ ਤਾਂ ਤੁਸੀਂ ਆਪ ਹੀ ਕਹੋਗੇ ਕਿ ਮੈਂ ਤਾਂ ਭੁਲੇਖੇ 'ਚ ਹੀ ਰਿਹਾ। ਠੀਕ ਦੁੱਧ ਦੇ ਕਣ ਕਣ ਵਿੱਚ ਘਿਓ ਸਮਾਇਆ ਹੋਇਆ। ਅਗਾਂਹ ਲਓ। ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ 'ਚ ਮਿਸਾਲ ਦਿੱਤੀ ਹੈ, ਸਾਰੀਆਂ ਲੱਕੜਾਂ 'ਚ ਗੁਪਤ ਰੂਪ 'ਚ ਅੱਗ ਸਮਾਈ ਹੋਈ ਹੈ।
ਪਰ ਕਦੇ ਕਿਸੇ ਨੇ ਵੇਖੀ ਹੈ? ਕਦੇ ਨਹੀਂ। ਇਹਦਾ ਭਾਵ ਇਹ ਨਹੀਂ ਕਿ ਜੇ ਅਸੀਂ ਲੱਕੜਾਂ 'ਚ ਗੁਪਤ ਅਗਨੀ ਨੂੰ ਵੇਖ ਨਹੀਂ ਸਕਦੇ ਤਾਂ ਉਹਦੀ ਹੋਂਦ ਤੋਂ ਹੀ ਮੁਨਕਰ ਹੋ ਜਾਈਏ। ਜੇ ਮਨ 'ਚ ਚਾਹ ਨਾ ਹੋਵੇ ਕਿ ਅਸੀਂ ਇਸ ਅਗਨੀ ਨੂੰ ਪ੍ਰਗਟ ਰੂਪ 'ਚ ਦੇਖਣਾ ਹੈ ਤਾਂ 2 ਸੁੱਕੇ ਬਾਂਸ ਦੇ ਟੁਕੜੇ ਲੈ ਕੇ ਆਪਸ 'ਚ ਰਗੜਨੇ ਸ਼ੁਰੂ ਕਰ ਦਿਓ, ਉਹ ਥੋੜ੍ਹੇ ਸਮੇਂ 'ਚ ਹੀ ਅੱਗ ਪ੍ਰਗਟ ਹੋ ਜਾਏਗੀ। ਸਤਿਗੁਰੂ ਪੰਜਵੇਂ ਗੁਰੂ ਦੇਵ ਜੀ ਨੇ ਉੱਪਰਲੀਆਂ ਮਿਸਾਲਾਂ ਨੂੰ ਗੁਰਬਾਣੀ 'ਚ ਹੇਠ ਲਿਖੇ ਅਨੁਸਾਰ ਅੰਕਿਤ ਕੀਤਾ ਹੈ ਤਾਂ ਕਿ ਜਿਵੇਂ ਲੱਕੜਾਂ 'ਚ ਅੱਗ ਹੈ ਪਰ ਦਿਸਦੀ ਨਹੀਂ, ਦੁੱਧ 'ਚ ਘਿਓ ਤਾਂ ਹੈ ਪਰ ਨਜ਼ਰੀ ਨਹੀਂ ਆਉਂਦਾ, ਇਸੇ ਪ੍ਰਕਾਰ ਨੀਵੇਂ ਤੇ ਉੱਚੇ, ਅਮੀਰ ਗਰੀਬ 'ਚ ਤੇ ਸਾਰੀ ਪਰਿਪੂਰਨ ਹੋ ਕੇ ਪਰਮੇਸ਼ਰ ਰਮਿਆ ਹੋਇਆ ਪਰ ਸਾਨੂੰ ਦਿਸਦਾ ਨਹੀਂ। ਕਾਰਨ ਕੀ? ਜਿਵੇਂ ਲੱਕੜਾਂ 'ਚੋਂ ਅੱਗ ਤੇ ਦੁੱਧ 'ਚੋਂ ਘਿਓ ਨੂੰ ਵੇਖਣ ਲਈ ਸਾਡੀਆਂ ਅੱਖਾਂ ਸਮਰਥ ਹਨ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਸੰਤੋ ਘਟ ਘਟ ਰਹੋ ਸਮਾਇਓ, ਪੂਰਨ ਪੂਰ ਰਹੋ ਸਰਬ ਮੈਂ, ਜਲ ਥਲ ਰਮਈਆ ਆਇਓ ਰਹਾਓ, ਗੁਣ ਨਿਦਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ, ਸਰਬ ਨਿਵਾਸੀ ਸਦਾ ਲੇਪਾ, ਸਭ ਮੈਂ ਰਹੋ ਸਮਾਇਓ। ਜੇ ਸਰਬ ਨਿਵਾਸੀ ਦੇ ਤੇ ਸਭ ਵਿੱਚ ਰਮੇ ਹੋਏ ਨੂੰ ਵੇਖਣ ਦੀ ਚਾਹਨਾ ਹੈ, ਜੇ ਸਰਬ ਨਿਵਾਸੀ ਦੇ ਸਭ 'ਚ ਰਮੇ ਹੋਏ ਵੇਖਣ ਨੂੰ ਦੀ ਚਾਹਨਾ ਹੈ, ਉਹਨੂੰ ਪ੍ਰਗਟ ਰੂਪ 'ਚ ਵੇਖਣਾ ਚਾਹੁੰਦੇ ਹੋ ਤਾਂ ਉੱਪਰ ਲਿਖੇ ਗੁਰੂ ਹੁਕਮ ਅਨੁਸਾਰ ਯਤਨ ਕਰਨਾ ਪਏਗਾ ਕਿ ਗੁਣ ਨਿਧਾਨ ਨਾਨਕ ਜਸ ਗਾਵੈ, ਜਸ ਗਾਉਣ ਰੂਪੀ ਸਾਧਨ ਅਪਣਾਉਣਾ ਪਏਗਾ। ਡਾਕਟਰ ਸਾਹਿਬ, ਰੱਬ ਨੂੰ ਵੇਖਣ ਵਾਸਤੇ ਭਗਤੀ ਕਰਨ ਰੂਪੀ ਚਸ਼ਮੇ ਲਾਉਣੇ ਪੈਣਗੇ। ਕਰ ਫੱਕਰ, ਫੱਕਰ ਮਤਲਬ ਭਗਤੀ, ਦਾਇਮ ਲਾਏ ਚਸ਼ਮੇ, ਚਸ਼ਮੇ ਐਨਕਾਂ, ਜੈ ਤਾਹਾਂ ਮੌਜੂਦ ਹਰ ਥਾਂ ਹਰ ਹਾਜ਼ਰ ਨਾਜ਼ਰ ਹੈ। ਥੋੜ੍ਹਾ ਸਮਾਂ ਵੀ ਜੇ ਮਨ ਨੂੰ ਟਿਕਾਅ 'ਚ ਲੈ ਆਈਏ, ਉਹ ਹਾਜ਼ਰ ਹਜ਼ੂਰ ਪਰਮਾਤਮਾ ਪ੍ਰਤੱਖ ਦਿਸ ਪਏਗਾ। ਟੁੱਕ ਥੋੜ੍ਹਾ ਜਿੰਨਾ ਸਮਾਂ, ਦਮ ਥਿਰ ਕਰਨਾ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਡਾਕਟਰ ਸਾਹਿਬ, ਜਿਨ੍ਹਾਂ ਨੇ ਰੱਬ ਨੂੰ ਪ੍ਰਤੱਖ ਵੇਖਿਆ ਉਹ ਸਾਨੂੰ ਇਸ ਨਾਲੋਂ ਵੱਧ ਗਰੰਟੀ ਕੀ ਦੇ ਸਕਦੇ ਹੈ? ਆਜ ਮਿਲਾਵਾ ਸੇਖ ਫਰੀਦ, ਟਾਕਿਮ, ਟਾਕਿਮ ਮਤਲਬ ਕਾਬੂ ਕਰ ਲੈ, ਕੁੰਜੜੀਆਂ ਇੰਦਰੀਆਂ ਨੂੰ, ਮਨੋਂ ਮਚਿੰਦੜੀਆਂ, ਮਨ ਨੂੰ ਮਚਾਉਣ ਭਟਕਾਉਣ ਵਾਲੀਆਂ, ਤਥਾ ਦੁੰਦਰ, ਦੁੰਦਰ ਹੁੰਦਾ ਹੈ ਰੌਲਾ ਪਾਉਣ ਵਾਲੇ, ਕਾਮ ਕ੍ਰੋਧ ਆਦਿ, ਬਾਧੋ ਸੁੰਦਰ ਸੋਹਣੇ ਸਰੂਪ ਵਾਲਾ ਪਰਮੇਸ਼ਰ, ਦੁੰਦਰ ਬਾਧੋ ਸੁੰਦਰ ਪਾਵੋ। ਡਾਕਟਰ ਸਾਹਿਬ, ਲੋੜ ਹੈ ਉਸ ਦੱਸੇ ਮਾਰਗ 'ਤੇ ਚੱਲਣ ਦੀ ਜਿਸ ਮਾਰਗ 'ਤੇ ਚੱਲਣ ਨਾਲ ਪਰਮੇਸ਼ਰ ਨੂੰ ਵੇਖਿਆ ਜਾ ਸਕਦਾ ਹੈ। ਸੂਹੀ ਰਾਗ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਭੂ ਮਿਲਾਪ ਦਾ ਸਾਧਨ ਦੱਸਦੇ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੂਧੇ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ, ਜਪ ਹੋ ਤਾਈ ਕੋ ਨਾਮਾ, ਅਵਰ ਅਵਰ ਨਿਰਾਫਲ ਕਾਮਾ ਰਹਾਓ, ਜਪ ਹੋ ਤਾਈ ਕੋ ਨਾਮਾ, ਅਵਰ ਨਿਰਾਫਲ ਕਾਮਾ, ਈ ਮਨ ਈਟੀ ਹਾਥ ਕਰੋ ਫੁਨ, ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥਿਐ, ਇਨ ਬਿਦ ਅੰਮ੍ਰਿਤ ਪਾਵੋ, ਮਨ ਸੰਪਟ ਜਿਤ ਸਤਸਰ ਨਾਵਨ, ਭਾਵਨ ਪਾਤੀ ਤ੍ਰਿਪਤ ਕਰੇ, ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਪਤ ਰਹੇ, ਕਹਿੰਦੇ ਕਹੇ ਕਹਿ ਜਾਵੇ, ਤੁਮ ਸਰਵਰ ਨ ਕੋਈ, ਭਗਤਹੀਣ ਨਾਨਕ ਜਨ ਜੰਪੈ, ਹਉ ਸਾਲਾ ਹੀ ਸੱਚਾ ਸੋਈ। ਡਾਕਟਰ ਸਾਹਿਬ, ਹੋਰ ਸੁਣੋ, ਜੇ ਦੇਖਣ ਦੀ ਗੱਲ ਹੈ ਤਾਂ ਸਾਰੀ ਦੁਨੀਆ ਨੂੰ ਨੀਂਦ ਵੀ ਆਉਂਦੀ ਹੈ, ਭੁੱਖ ਵੀ ਲੱਗਦੀ ਹੈ, ਖੁਸ਼ੀ ਗਮੀ ਵੀ ਵਿਆਪਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਵੀ ਹਰ ਮਨੁੱਖ ਨੂੰ ਵਿਆਪਦੇ ਹਨ। ਪਰ ਜੇਕਰ ਆਪਾਂ ਉਸ ਮਨੁੱਖ ਨੂੰ ਜਿਸ ਨੂੰ ਨੀਂਦ ਆਈ ਹੋਵੇ ਪੁੱਛੀਏ ਕਿ ਵਿਖਾ ਖਾਂ ਭਾਈ ਤੈਨੂੰ ਕਿੰਨੀ ਕੁ ਨੀਂਦ ਆਈ ਹੈ, ਜਾਂ ਭੁੱਖੇ ਨੂੰ ਪੁੱਛੀਏ ਦਿਖਾ ਤੇਰੀ ਭੁੱਖ ਕਿੱਥੇ ਹੈ, ਉਹ ਸਾਡੀ ਪਰਥਾਈ ਕੀ ਅੰਦਾਜ਼ਾ ਲਗਾਏਗਾ ਕਿ ਪੁੱਛਣ ਵਾਲਾ ਵਿਅਕਤੀ ਕਿੰਨਾ ਕੁ ਅਕਲ ਦਾ ਮਾਲਕ ਹੈ। ਪਰ ਮਨੁੱਖ ਸੌਂਦਾ ਵੀ ਹੈ, ਭੁੱਖ ਤੇ ਦੁੱਖ ਨੂੰ ਮਹਿਸੂਸ ਕਰਦਾ ਹੈ, ਖੁਸ਼ੀ ਗਮੀ 'ਚ ਵੀ ਵਿਚਰਦਾ ਹੈ। ਪਰ ਸੰਸਾਰ ਦਾ ਕੋਈ ਵੀ ਸਿਆਣੇ ਤੋਂ ਸਿਆਣਾ ਖੋਜੀ ਮਨੁੱਖ ਨੂੰ ਇਹ ਨਹੀਂ ਦੱਸ ਸਕਿਆ ਕਿ ਨੀਂਦ ਦਾ ਕੀ ਸਰੂਪ ਹੈ, ਉਹਦਾ ਕੱਦ ਕਾਠ ਰੰਗ ਰੂਪ ਕਿਹੋ ਜਿਹਾ ਹੈ। ਇਸੇ ਪ੍ਰਕਾਰ ਖੁਸ਼ੀ ਗਮੀ ਭੁੱਖ ਇਤਿਆਦਿਕ ਵੀ ਕੇਵਲ ਅਨੁਭਵ ਕੀਤੇ ਜਾ ਸਕਦੇ ਹੈ ਜਾਂ ਉਸ ਅਨੁਭਵ ਦਾ ਥੋੜ੍ਹਾ ਬਹੁਤ ਪ੍ਰਗਟਾਵਾ ਕੀਤਾ ਜਾ ਸਕਦਾ ਹੈ। ਇਸ ਅਨੁਭਵ ਦਾ ਪ੍ਰਗਟਾਵਾ ਹੀ
ਉਹ ਕਰ ਸਕਦਾ ਹੈ ਜਿਹੜਾ ਇਹਨਾਂ 'ਚ ਵਿਚਰ ਰਿਹਾ ਹੋਵੇ। ਡਾਕਟਰ ਸਾਹਿਬ ਵੇਖੋ ਸਾਇੰਸ ਕਿੰਨੀ ਤਰੱਕੀ ਕਰ ਗਈ ਹੈ। ਸਾਇੰਸਦਾਨਾਂ ਨੇ ਖੂਨ ਦੇ ਦੌਰੇ ਨੂੰ ਮਾਪਣ, ਗਰਮੀ ਸਰਦੀ ਨੂੰ ਨਾਪਣ ਦੇ ਯੰਤਰ ਬਣਾ ਲਏ, ਪਰ ਅੱਜ ਤੱਕ ਕੋਈ ਵੀ ਸਾਇੰਸਦਾਨ ਪਰਮੇਸ਼ਰ ਦੀਆਂ ਸੂਖਸ਼ਮ ਹੋਂਦਾਂ ਨੂੰ ਨਾਪਣ ਦਾ ਕੋਈ ਵੀ ਯੰਤਰ ਨਹੀਂ ਬਣਾ ਸਕਿਆ। ਨਾ ਤਾਂ ਭੁੱਖ ਨੂੰ ਨਾਪਿਆ ਜਾ ਸਕਦਾ ਹੈ, ਨਾ ਨੀਂਦ ਨੂੰ, ਨਾ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤਿਆਦਿਕ ਨੂੰ। ਕਦੀ ਕਿਸੇ ਨੇ ਇਹਨਾਂ ਦਾ ਸਰੂਪ ਨਹੀਂ ਵੇਖਿਆ ਅਤੇ ਨਾ ਹੀ ਇਹਨਾਂ ਦੀ ਕਿਸੇ ਜੀਵ 'ਚ ਕਿੰਨੀ ਕੁ ਹੋਂਦ ਹੈ ਨੂੰ ਮਾਪਿਆ ਜਾ ਸਕਦਾ ਹੈ। ਭਾਵੇਂ ਸਾਰੀਆਂ ਹੀ ਜੂਨਾਂ ਨੂੰ ਵਿਆਪਦੇ ਹਨ, ਕੇਵਲ ਅਤੇ ਕੇਵਲ ਉਹ ਮਨੁੱਖ ਜਾਂ ਜੀਵ ਜਿਹਨੂੰ ਇਹ ਵਿਆਪਦੇ ਹਨ ਅਨੁਭਵ ਹੀ ਕਰ ਸਕਦਾ ਹੈ। ਡਾਕਟਰ ਹੋਰੀ ਬਾਬਾ ਜੀ ਦੇ ਵਿਚਾਰ ਨੂੰ ਬੜੇ ਧਿਆਨ ਨਾਲ ਸੁਣ ਰਹੇ ਸਨ। ਬਾਬਾ ਜੀ ਨੇ ਹੋਰ ਫਰਮਾਇਆ, ਡਾਕਟਰ ਸਾਹਿਬ ਵੇਖੋ ਸਾਡੇ ਦੇਖਦਿਆਂ ਸਿਆਣੇ ਲੋਕਾਂ ਨੇ ਬਿਜਲੀ ਨੂੰ ਪ੍ਰਗਟ ਕਰ ਲਿਆ। ਇਸ ਬਿਜਲੀ ਤੋਂ ਕਿੰਨੇ ਸੁੱਖ ਆਰਾਮ ਲਏ ਜਾ ਰਹੇ ਹੈ। ਬਿਜਲੀ ਦੀ ਹੋਂਦ ਤਾਂ ਪਹਿਲਾਂ ਵੀ ਸੀ, ਪਰ ਕੇਵਲ ਅਗਿਆਨਤਾ ਕਾਰਨ ਅਸੀਂ ਇਸ ਅਥਾਹ ਸ਼ਕਤੀ ਤੋਂ ਲਾਭ ਨਹੀਂ ਲੈ ਸਕੇ। ਕੁਝ ਸਾਇੰਸਦਾਨਾਂ ਨੇ ਸੂਖਮ ਬਿਜਲੀ ਜੋ ਅੱਖਾਂ ਨਾਲ ਅਸੀਂ ਵੇਖ ਨਹੀਂ ਸਕਦੇ ਨੂੰ ਪ੍ਰਗਟ ਕਰਨ ਦਾ ਸਾਧਨ ਸਾਡੇ ਸਾਹਮਣੇ ਰੱਖਿਆ। ਸਰਕਾਰ ਨੇ ਉਹਨਾਂ ਵਿਗਿਆਨੀਆਂ ਦੀਆਂ ਹਦਾਇਤਾਂ ਅਨੁਸਾਰ ਵੱਡੇ ਵੱਡੇ ਪਲਾਂਟ ਲਾ ਦਿੱਤੇ। ਉਹਨਾਂ ਨੂੰ ਚਲਾਉਣ ਵਾਸਤੇ ਡੈਮਾਂ ਰਾਹੀਂ ਪਾਣੀ ਦੀ ਵਰਤੋਂ ਕੀਤੀ ਗਈ ਅਤੇ ਜਦ ਪਾਣੀ ਦੀ ਤਾਕਤ ਨਾਲ ਉਹ ਪਲਾਂਟ ਚੱਲੇ ਤਾਂ ਬਿਜਲੀ ਪ੍ਰਗਟ ਹੋ ਗਈ। ਜੇ ਭਲਾ ਉਹਨਾਂ ਸਾਇੰਸਦਾਨਾਂ ਜਿਨ੍ਹਾਂ ਨੇ ਅਨੇਕਾਂ ਤਜਰਬੇ ਕਰਕੇ ਬਿਜਲੀ ਪੈਦਾ ਕਰਨ ਦੀਆਂ ਕਾਢਾਂ ਕੱਢੀਆਂ ਦੀਆਂ ਹਦਾਇਤਾਂ ਨੂੰ ਅਣਗੌਲਿਆ ਹੀ ਕਰ ਦਿੱਤਾ ਜਾਂਦਾ, ਉਹਨਾਂ ਦੇ ਦੱਸੇ ਅਨੁਸਾਰ ਅਮਲ ਨਾ ਕੀਤਾ ਜਾਂਦਾ ਤਾਂ ਬਿਜਲੀ ਦੀ ਸ਼ਕਤੀ ਪ੍ਰਤੱਖ ਰੂਪ 'ਚ ਕਦੀ ਵੀ ਸਾਹਮਣੇ ਨਾ ਆਉਂਦੀ। ਇਸੇ ਤਰ੍ਹਾਂ ਜੇ ਅਸੀਂ ਪਰਮੇਸ਼ਰ ਜੋ ਸ਼ਕਤੀ ਰੂਪ ਹੋ ਕੇ ਸਾਰਿਆਂ 'ਚ ਵਰਤ ਰਿਹਾ ਹੈ, ਉਹਦੀ ਹੋਂਦ ਨੂੰ ਪ੍ਰਗਟ ਕਰਨਾ ਲੋਚਦੇ ਹਾਂ। ਉਸ ਪਰਮ ਸ਼ਕਤੀ ਪਾਸੋਂ ਜੇਕਰ ਸੁੱਖ ਮਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਉਹਨਾਂ ਦੀ ਅਗਵਾਈ ਅਨੁਸਾਰ ਚੱਲਣਾ ਪਏਗਾ, ਜਿਨ੍ਹਾਂ ਨੇ ਮਿਹਨਤਾਂ ਮੁਸ਼ੱਕਤਾਂ ਝਾਗ ਕੇ ਉਹਨੂੰ ਪ੍ਰਗਟ ਕੀਤਾ ਹੈ। ਸਤਿਗੁਰੂ ਜੀ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਰੱਬ ਦਿਸਦਾ ਨਹੀਂ, ਖੁਦ ਆਪ ਕਹਿੰਦੇ ਆ ਕਿ ਇਹ ਮਨੁੱਖ ਤੇਰੇ ਪਾਸ ਰੱਬ ਨੂੰ ਵੇਖਣ ਵਾਲੀ ਅੱਖ ਹੀ ਨਹੀਂ ਹੈ। ਉਹ ਤਾਂ ਹੋਰ ਹੀ ਅੱਖਾਂ ਹਨ ਜਿਨ੍ਹਾਂ ਨਾਲ ਪਿਆਰੇ ਪ੍ਰਭੂ ਜੀ ਦੇ ਦੀਦਾਰੇ ਹੋਣੇ ਹਨ। ਨਾਨਕ ਸੇ ਅੱਖੜੀਆਂ ਬਿਆਨ ਜਿਨੇ ਡਿਸਿੰਦੋ ਮਾਂ ਪੇਰੇ। ਸੋ ਇਹ ਅੱਖਾਂ ਸਾਨੂੰ ਕਿਵੇਂ ਪ੍ਰਾਪਤ ਹੋਣ, ਜਿਨ੍ਹਾਂ ਨੂੰ ਗੁਰਦੇਵ ਜੀ ਨੇ ਦਿਵ ਨੇਤਰ ਤਥਾ ਸੁਰਤੀ ਦੀਆਂ ਅੱਖਾਂ ਵੀ ਕਿਹਾ। ਉਸ ਰਸਤੇ ਨੂੰ ਪ੍ਰਾਪਤ ਕਰਨ ਲਈ ਸਤਿਗੁਰੂ ਜੀ ਦਾ ਕੀ ਹੁਕਮ ਹੈ? ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਣੀਐ ਇਵ ਕੰਤ ਮਿਲਾਵਾ ਹੋਏ। ਹੇ ਜੀਵ, ਜੇਕਰ ਤੂੰ ਪ੍ਰਭੂ ਦੇ ਭੈ ਦੇ ਪੈਰ, ਪਿਆਰ ਦੇ ਹੱਥ ਅਤੇ ਸੁਰਤ ਦੀਆਂ ਅੱਖਾਂ ਬਣਾਵੇਂ ਤਾਂ ਇਹਨਾਂ ਤਿੰਨਾਂ ਕਰਮਾਂ ਦੇ ਕਰਨ ਨਾਲ ਤੂੰ ਆਪਣੇ ਮਾਲਕ ਨੂੰ ਪ੍ਰਤੱਖ ਮਿਲ ਸਕਦਾ ਹੈ। ਭਾਵ ਕਿ ਹਰ ਵੇਲੇ ਪਰਮੇਸ਼ਰ ਜੀ ਦਾ ਡਰ ਹਿਰਦੇ 'ਚ ਧਾਰਨ ਕਰਨਾ ਹੈ ਕਿ ਮੇਰੇ ਮਾਲਕ ਮੇਰੇ ਸਾਰੇ ਕੀਤੇ ਜਾਣ ਵਾਲੇ ਮਾੜੇ ਚੰਗੇ ਕਰਮਾਂ ਨੂੰ ਵੇਖਦਾ ਹੈ। ਹਿਰਦੇ 'ਚ ਮਾਲਕ ਦੇ ਡਰ ਕਾਰਨ ਸਾਰੇ ਮਾੜੇ ਕਰਮ ਹੌਲੀ ਹੌਲੀ ਛੁੱਟ ਜਾਣਗੇ ਅਤੇ ਹਿਰਦਾ ਗੁਣਾਂ ਦੀ ਖਾਣ ਰਹਿ ਜਾਏਗਾ। ਜਿਸ ਹਿਰਦੇ 'ਚ ਗੁਣ ਵੱਧ ਗਏ ਉੱਥੇ ਪ੍ਰਭੂ ਦਾ ਪਿਆਰ ਆ ਜਾਂਦਾ ਹੈ। ਜਿਸ ਹਿਰਦੇ ਵਿੱਚ ਪਿਆਰ ਆ ਗਿਆ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਉੱਥੇ ਪ੍ਰਭੂ ਜੀ ਨੂੰ ਸੁਰਤੀ ਦੇ ਨੇਤਰ ਪ੍ਰਤੱਖ ਵੇਖ ਲੈਂਦੇ ਹਨ। ਡਾਕਟਰ ਸਾਹਿਬ ਥੋੜ੍ਹਾ ਸਮਾਂ ਹੋਇਆ ਰੇਡੀਓ ਦੀ ਕਾਢ ਨਿਕਲੀ। ਉਹ ਆਵਾਜ਼ ਜੋ ਰੇਡੀਓ ਸਟੇਸ਼ਨ ਤੋਂ ਬੋਲੀ ਜਾਂਦੀ ਹੈ ਸਾਰੀ ਵਿਆਪਕ ਹੈ, ਲੇਕਿਨ ਸੁਣਾਈ ਉਹਨੂੰ ਦਿੰਦੀ ਹੈ ਜਿਸ ਪਾਸ ਰੇਡੀਓ ਸੈੱਟ ਹੋਵੇ। ਜੇਕਰ ਪਾਸ ਰੇਡੀਓ ਵੀ ਹੋਵੇ ਪਰ ਹੋਵੇ ਖਰਾਬ ਜਾਂ ਅਸੀਂ ਚੱਲ ਵੀ ਨਾ ਕਰੀਏ ਤਾਂ ਉਸ ਟਰਾਂਸਮੀਟਰ ਦਾ ਜਾਂ ਰਮੀ ਹੋਈ ਆਵਾਜ਼ ਦਾ ਤਾਂ ਕੋਈ ਕਸੂਰ ਨਹੀਂ, ਦੋਸ਼ ਤਾਂ ਸਾਡੇ 'ਚ ਹੈ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਏ, ਰੋਹਲਾ ਟੁੰਡਾ ਅੰਧਲਾ ਕਿਉ ਗਲ ਲੱਗੈ ਤਾਏ। ਭਾਵ ਕਿ ਪਰਮਾਤਮਾ ਤਾਂ ਸਾਰੀ ਕੁਦਰਤ ਵਿੱਚ ਵਸਦਾ ਹੈ, ਦਿਸ ਰਿਹਾ ਹੈ। ਉਹਦੀ ਜੀਵਨ ਰੋਹ ਸਾਰੀ ਰਚਨਾ 'ਚ ਸੁਣੀ ਜਾ ਰਹੀ ਹੈ। ਉਹਦੇ ਕੰਮਾਂ ਤੋਂ ਜਾਪ ਰਿਹਾ ਹੈ ਕਿ ਉਹ ਕੁਦਰਤ 'ਚ ਮੌਜੂਦ ਹੈ, ਲੇਕਿਨ ਇਸ ਜੀਵ ਨੂੰ ਉਹਦੇ ਮਿਲਾਪ ਦਾ ਸਵਾਦ ਨਹੀਂ ਹਾਸਲ ਹੁੰਦਾ। ਉਹ ਕਿਉਂ? ਇਸ ਵਾਸਤੇ ਕਿ ਜੀਵ ਪਾਸ ਪਿਆਰੇ ਪ੍ਰਭੂ ਜੀ ਨੂੰ ਮਿਲਣ ਲਈ ਨਾ ਪੈਰ ਹਨ, ਨਾ ਹੱਥ ਅਤੇ ਨਾ ਹੀ ਅੱਖਾਂ ਹਨ। ਫਿਰ ਇਹ ਕਿਵੇਂ ਪ੍ਰਭੂ ਜੀ ਦੇ ਗਲ ਲੱਗ ਸਕਦਾ ਹੈ? ਉਸ ਪ੍ਰੀਤਮ ਜੀ ਨੂੰ ਵੇਖਣ ਲਈ, ਮਿਲਣ ਲਈ ਉੱਪਰ ਲਿਖੇ ਹੁਕਮ ਭੈ ਕੇ ਚਰਨ ਵਾਲੇ ਦੇ ਅਨੁਸਾਰੀ ਹੋ ਕੇ ਚੱਲਣਾ ਪਏਗਾ। ਫਿਰ ਇਹ ਜੀਵ ਉਸ ਮਾਲਕ ਨਾਲ ਸਦੀਵੀ ਸਾਂਝ ਕਾਇਮ ਕਰ ਲਏਗਾ। ਇਹਨਾਂ ਵਿਚਾਰਾਂ ਨਾਲ ਡਾਕਟਰ ਕਰਤਾਰ ਸਿੰਘ ਹੋਰਾਂ ਦਾ ਮਨ ਪ੍ਰਭੂ ਪਰਮਾਤਮਾ ਦੀ ਹੋਂਦ ਨੂੰ ਮੰਨਣ ਦੇ ਕਰੀਬ ਪੁੱਜ ਚੁੱਕਾ ਸੀ।
ਵਿਚਾਰਾਂ ਕਰਦਿਆਂ ਕਰਦਿਆਂ ਡਾਕਟਰ ਸਾਹਿਬ ਨੇ ਬਾਬਾ ਜੀ ਨਾਲ ਦੁਨਿਆਵੀ ਸਾਂਝ ਵੀ ਕੱਢ ਲਈ ਤੇ ਪੁੱਛਿਆ ਕਿ ਅਵਤਾਰ ਸਿੰਘ ਦਲੇਰ, ਜੋ ਕਿ ਗੰਠੀਏ ਦੀ ਤਕਲੀਫ ਨਾਲ ਬਿਮਾਰ ਸੀ, ਨੂੰ ਆਪ ਜੀ ਨੇ ਹੀ ਬਾਣੀ ਦਾ ਪਾਠ ਸੁਣਾ ਕੇ ਰਾਜ਼ੀ ਕੀਤਾ ਸੀ। ਬਾਬਾ ਜੀ ਨੇ ਉੱਤਰ ਦਿੱਤਾ ਕਿ ਰਾਜ਼ੀ ਤਾਂ ਸਤਿਗੁਰੂ ਜੀ ਨੇ ਕੀਤਾ ਹੈ, ਮੇਰੇ ਜਿੰਮੇ ਤਾਂ ਉਹਨੂੰ ਗੁਰਬਾਣੀ ਸੁਣਾਉਣ ਦੀ ਸੇਵਾ ਲੱਗੀ ਸੀ। ਗੁਰਬਾਣੀ ਤੇ ਨਾਮ ਨਾਲ ਸਰੀਰਕ ਰੋਗ ਤਾਂ ਕਿ ਜਨਮਾਂ ਜਨਮਾਂਤਰਾਂ ਤੋਂ ਰੋਗਗ੍ਰਸਤ ਹੋਈ ਜੀਵ ਆਤਮਾ ਵੀ ਅਰੋਗ ਹੋ ਜਾਂਦੀ ਹੈ। ਸਰੀਰਕ ਰੋਗ ਠੀਕ ਹੋਣੇ ਤਾਂ ਬਹੁਤ ਮਾਮੂਲੀ ਗੱਲ ਹੈ, ਕਿਉਂਕਿ ਮਾੜੇ ਕਰਮਾਂ ਕਾਰਨ ਆਤਮਾ ਰੋਗੀ ਹੁੰਦੀ ਹੈ। ਆਤਮਾ ਨੂੰ ਰੋਗੀ ਹੋਣ ਨਾਲ ਸਰੀਰ ਰੋਗਗ੍ਰਸਤ ਹੋ ਜਾਂਦਾ ਹੈ। ਅਤੇ ਜਦੋਂ ਡਾਕਟਰ ਸਾਹਿਬ ਨੂੰ ਇਹ ਪਤਾ ਲੱਗਾ ਕਿ ਆਪ ਜੀ ਮਤਲਬ ਬਾਬਾ ਜੀ ਉਹ ਕਮਾਈ ਵਾਲੇ ਮਹਾਂਪੁਰਸ਼ ਹਨ ਜਿਨ੍ਹਾਂ ਪਰਥਾਏ ਮੈਂ ਕਈ ਵਾਰ ਸਰਦਾਰ ਅਵਤਾਰ ਸਿੰਘ ਪਾਸੋਂ ਸੁਣ ਚੁੱਕਾ। ਸਰਦਾਰ ਅਵਤਾਰ ਸਿੰਘ ਦਲੇਰ ਡਾਕਟਰ ਕਰਤਾਰ ਸਿੰਘ ਦੇ ਬਹਿਨੋਈ ਸੀ, ਤਾਂ ਉਹਨਾਂ ਦੀ ਭਾਵਨੀ ਤੇ ਸ਼ਰਧਾ 'ਚ ਹੋਰ ਵਾਧਾ ਹੋ ਗਿਆ। ਡਾਕਟਰ ਹੋਰਾਂ ਨੇ ਬਾਬਾ ਜੀ ਨੂੰ ਕਾਫੀ ਮਜਬੂਰ ਕਰਕੇ ਆਪਣੇ ਪਾਸ ਹੀ ਅਟਕਾ ਲਿਆ ਤੇ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਮਨ 'ਚ ਜੋ ਹੋਰ ਸ਼ੰਕੇ ਰਹਿੰਦੇ ਸੀ ਉਹ ਵੀ ਸਾਂਝੇ ਕੀਤੇ। ਬਾਬਾ ਜੀ ਨੇ ਗੁਰਬਾਣੀ ਦੇ ਆਧਾਰ 'ਤੇ ਆਪਣੀ ਨਿੱਜੀ ਕਮਾਈ ਰਾਹੀਂ ਉਹਨਾਂ ਸ਼ੰਕਿਆਂ ਦਾ ਉੱਤਰ ਦਿੱਤਾ। ਅਖੀਰ ਬਾਬਾ ਜੀ ਨੇ ਡਾਕਟਰ ਹੋਰਾਂ ਨੂੰ ਕਿਹਾ ਕਿ ਜੇ ਤੁਸੀਂ ਸਦੀਵੀ ਸੁੱਖ ਮਾਨਣਾ ਚਾਹੁੰਦੇ ਹੋ ਤਾਂ ਗੁਰਬਾਣੀ ਦੀ ਖੋਜ ਕਰੋ। ਜਿਉਂ-ਜਿਉਂ ਤੁਸੀਂ ਗੁਰਬਾਣੀ ਨੂੰ ਖੋਜ ਕੇ ਪੜ੍ਹੋਗੇ, ਤੁਹਾਡੇ ਸਾਰੇ ਸ਼ੰਕੇ ਜਿਵੇਂ ਹੜ੍ਹ ਦੇ ਪਾਣੀ ਅੱਗੇ ਘਾਹ ਦੇ ਤੀਲੇ ਰੁੜ ਜਾਂਦੇ ਆ, ਇਸ ਪ੍ਰਕਾਰ ਦੂਰ ਹੋ ਜਾਣਗੇ। ਦੂਸਰੀ ਜ਼ਰੂਰੀ ਗੱਲ ਇਹ ਹੈ ਕਿ ਜੋ ਪੜ੍ਹੋ ਉਸ ਅਨੁਸਾਰ ਕਮਾਈ ਕਰਨੀ ਆਰੰਭ ਕਰ ਦਿਓ। ਫਿਰ ਤੁਸੀਂ ਆਪੇ ਹੀ ਦੇਖ ਲੈਣਾ ਕਿ ਅਸਲੀਅਤ ਕੀ ਹੈ। ਤੁਸੀਂ ਮਹਿਸੂਸ ਕਰੋਗੇ ਕਿ ਪਿਛਲਾ ਸਮਾਂ ਐਵੇਂ ਅਵਿਦਿਆ ਦੀ ਨੀਂਦ 'ਚ ਵਿਅਰਥ ਹੀ ਚਲਾ ਗਿਆ। ਡਾਕਟਰ ਸਾਹਿਬ, ਇਸ ਦਰੋਂ ਤਾਂ ਕਮਾਈ ਕਰਨ ਵਾਲਾ ਸਭ ਕੁਝ ਲੈ ਜਾਂਦਾ ਹੈ ਅਤੇ ਫੋਕੀ ਦਲੀਲਬਾਜ਼ੀ ਵਾਲੇ ਖਾਲੀ ਰਹਿ ਜਾਂਦੇ ਹੈ। ਸੋ ਬਿਨਾਂ ਦੇਰ ਕੀਤਿਆਂ ਲੱਗ ਪਓ। ਜਦੋਂ ਤੁਸੀਂ ਲੱਗ ਪਏ, ਤੁਹਾਡੀ ਸੰਗਤ ਨਾਲ ਹੋਰ ਅਨੇਕਾਂ ਨੂੰ ਜੀਵਨ ਸੇਧ ਮਿਲੇਗੀ। ਬਾਬਾ ਜੀ ਦੇ ਅਮਲੀ ਜੀਵਨ ਵਾਲੀ ਸੰਗਤ ਨੇ ਥੋੜ੍ਹੇ ਸਮੇਂ 'ਚ ਹੀ ਡਾਕਟਰ ਹੋਰਾਂ ਦੀ ਆਤਮਾ 'ਤੇ ਐਸਾ ਅਸਰ ਪਾਇਆ ਕਿ ਅਗਲੇ ਦਿਨ ਹੀ ਗੁਰੂ ਮਹਾਰਾਜ ਜੀ ਦਾ ਸਰੂਪ ਘਰ ਲਿਆ ਕੇ ਸਹਿਜ ਪਾਠ ਆਰੰਭ ਕਰ ਦਿੱਤਾ। ਬਾਬਾ ਜੀ ਤਾਂ ਪਾਠ ਆਰੰਭ ਕਰਵਾ ਕੇ ਵਾਪਸ ਆ ਗਏ ਅਤੇ ਬਾਅਦ 'ਚ ਕਦੇ ਬਾਬਾ ਜੀ ਡਾਕਟਰ ਹੋਰਾਂ ਪਾਸ ਚਲੇ ਜਾਂਦੇ, ਕਦੇ ਡਾਕਟਰ ਹੋਰੀ ਬਾਬਾ ਜੀ ਦੀ ਸੰਗਤ ਕਰਨ ਲਈ ਉਹਨਾਂ ਪਾਸ ਆ ਜਾਂਦੇ। ਥੋੜ੍ਹੇ ਸਮੇਂ ਅੰਦਰ ਆਪ ਨੂੰ ਗੁਰਬਾਣੀ ਦੀ ਕਾਫੀ ਸੋਝੀ ਹੋ ਗਈ। ਆਪਣੇ ਗੁਰਬਾਣੀ ਅਨੁਸਾਰ ਜੀਵਨ ਢਾਲਣਾ ਆਰੰਭ ਕਰ ਦਿੱਤਾ। ਗੁਰਬਾਣੀ ਦੀ ਖੋਜ ਕਰਕੇ ਆਪ ਜੀ ਨੇ ਪੁਸਤਕਾਂ ਦੇ ਰੂਪ 'ਚ ਹੇਠ ਲਿਖੇ ਟਰੈਕਟ ਲਿਖਣੇ ਸ਼ੁਰੂ ਕੀਤੇ, ਜੋ ਪ੍ਰਚਾਰ ਹਿੱਤ ਸੰਗਤਾਂ 'ਚ ਵੰਡਦੇ ਰਹੇ ਅਤੇ 3-3, 4-4 ਦਿਨ ਵੱਖ-ਵੱਖ ਸ਼ਹਿਰਾਂ ਪਿੰਡਾਂ 'ਚ ਜਾ ਕੇ ਗੁਰੂ ਉਪਦੇਸ਼ ਦਾ ਸੰਦੇਸ਼ਾ ਹਰ ਪ੍ਰਾਣੀ ਤੱਕ ਪਹੁੰਚਾਉਣ ਦਾ ਯਤਨ ਕਰਦੇ। ਉਹ ਪ੍ਰੇਮੀ ਜੋ ਕਦੇ ਰੱਬ ਦੀ ਹੋਂਦ ਤੋਂ ਮੁਨਕਰ ਹੋ ਕੇ ਨਾਸਤਿਕਤਾ ਦਾ ਪ੍ਰਚਾਰਕ ਸੀ, ਹੁਣ ਸਹੀ ਸੰਗਤ ਮਿਲਣ ਅਤੇ ਗੁਰਬਾਣੀ ਦੀ ਛੋਹ ਦੁਆਰਾ ਪਰਮਾਰਥ ਦਾ ਵੱਡਾ ਪ੍ਰਚਾਰਕ ਬਣ ਕਈ ਭੁੱਲੇ ਭਟਕੇ ਜੀਵਾਂ ਨੂੰ ਅਸਲੀ ਜੀਵਨ ਸੇਧ ਦੇ ਗਿਆ। ਡਾਕਟਰ ਕਰਤਾਰ ਸਿੰਘ ਹੋਰਾਂ ਨੇ ਟਰੈਕਟ ਜੋ ਗੁਰਬਾਣੀ ਦੀ ਖੋਜ ਉਪਰੰਤ ਲਿਖੇ। ਪਹਿਲਾ ਹੈ ਜੀਵਨ ਮਨੋਰਥ, ਦੂਸਰਾ ਨਾਮ ਕੀ ਹੈ, ਉਹਦਾ ਸਰੂਪ ਕੀ ਹੈ, ਤੀਸਰਾ ਹਉਮੈ, ਚੌਥਾ ਨਾਮ ਅਭਿਆਸ ਕਮਾਈ ਦੀ ਗੁਰਮਤ ਵਿਧੀ, ਪੰਜਵਾਂ ਸਿਮਰਨ ਵੇਲੇ ਧਿਆਨ ਕਿਸ ਉੱਤੇ ਰੱਖਣਾ ਹੈ, ਛੇਵਾਂ ਬਾਰ-ਬਾਰ ਨਾਮ ਬਾਣੀ ਦਾ ਅਭਿਆਸ ਕਿਉਂ ਜ਼ਰੂਰੀ ਹੈ, ਸੱਤਵਾਂ ਨਾਮ ਰਸ, ਅੱਠਵਾਂ ਨਾਮ ਪ੍ਰਾਪਤੀ ਦੀ ਨਿਸ਼ਾਨੀ, ਨੌਵਾਂ ਗੁਰਮਤ ਦੇ ਮੂਲ ਅਸੂਲ ਤੇ ਸਾਡੀ ਵਰਤਮਾਨ ਰਹਿਣੀ, ਅਤੇ 10ਵਾਂ ਗੁਰਬਾਣੀ ਗੁਰੂ ਕਿਵੇਂ ਹੈ ਆਦਿ। ਅਗਲਾ ਲੇਖ ਹੈ ਦੇਹਧਾਰੀ ਗੁਰੂ ਦਾ ਖੰਡਨ। ਡਾਕਟਰ ਕਰਤਾਰ ਸਿੰਘ ਹੋਰਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਹੋਰ ਘਟਨਾ ਦਾ ਹਵਾਲਾ ਦੇਣਾ ਵੀ ਜ਼ਰੂਰੀ ਹੈ। ਡਾਕਟਰ ਕਰਤਾਰ ਸਿੰਘ ਹੋਰਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਹੋਰ ਘਟਨਾ ਦਾ ਹਵਾਲਾ ਦੇਣਾ ਜ਼ਰੂਰੀ ਹੈ, ਜੋ ਡਾਕਟਰ ਸਾਹਿਬ ਦੇ ਜੀਵਨ ਨੂੰ ਹੋਰ ਉਚੇਰਾ ਅਤੇ ਗੁਰਬਾਣੀ ਦਾ ਦ੍ਰਿੜ ਧਾਰਨੀ ਬਣਾ ਗਈ। ਬਾਬਾ ਜੀ ਦੀ ਸੰਗਤ ਤੇ ਪ੍ਰੇਰਨਾ ਸਦਕਾ ਡਾਕਟਰ ਹੋਰੀ ਆਪ ਤਾਂ ਬਾਣੀ ਗੁਰੂ ਗੁਰੂ ਹੈ ਬਾਣੀ ਦੇ ਦ੍ਰਿੜ ਧਾਰਨੀ ਬਣ ਚੁੱਕੇ ਸੀ, ਪਰ ਇਹਨਾਂ ਦੇ ਪਿਤਾ ਜੀ ਤੇ ਬਾਕੀ ਪਰਿਵਾਰ ਰਾਵਲਪਿੰਡੀ ਦੇ ਨਿਰੰਕਾਰੀ ਦਰਬਾਰ ਦੇ ਦੇਹਧਾਰੀ ਗੁਰੂ। ਡਾਕਟਰ ਕਰਤਾਰ ਸਿੰਘ ਦੇ ਪਿਤਾ ਜੀ ਤੇ ਬਾਕੀ ਪਰਿਵਾਰ ਨਿਰੰਕਾਰੀ ਦਰਬਾਰ ਬਾਬਾ ਰੱਤਾ ਜੀ ਰਾਵਲਪਿੰਡੀ ਦੀ ਸਾਖ ਤੋਂ ਚਲੇ ਆ ਰਹੇ ਦੇਹਧਾਰੀ ਗੁਰੂ ਨੂੰ ਮੰਨਦੇ ਸੀ। ਇਸ ਸਮੇਂ ਗੱਦੀ 'ਤੇ ਬਾਬਾ ਹਰਾ ਸਿੰਘ ਜੀ ਸਨ। ਗੁਰੂ ਉੱਪਰ ਸ਼ਰਧਾ ਰੱਖਦੇ ਸੀ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਗਦੈਲਾ ਲਾ ਕੇ ਆਪਣੇ ਆਪ ਨੂੰ ਗੁਰੂ ਜਣਾ ਕੇ ਮੱਥਾ ਟਿਕਵਾਉਂਦੇ ਸੀ। ਉਪਦੇਸ਼ ਤਾਂ ਗੁਰਬਾਣੀ ਵਿੱਚੋਂ ਹੀ ਦਿਆ ਕਰਦੇ, ਪਰ ਨਾਲ ਹੀ ਉਹਨਾਂ ਦਾ ਦਾਅਵਾ ਸੀ ਕਿ ਗੁਰਬਾਣੀ ਦੀ ਸੋਝੀ ਵੀ ਦੇਹਧਾਰੀ ਰਾਹੀਂ ਹੀ ਹੋ ਸਕਦੀ ਹੈ। ਬਿਨਾਂ ਦੇਹਧਾਰੀ ਗੁਰੂ ਦੀ ਸ਼ਰਨ ਲੈਣ ਤੋਂ ਕੇਵਲ ਗੁਰਬਾਣੀ ਰਾਹੀਂ ਆਤਮਕ ਅਵਸਥਾਵਾਂ ਪ੍ਰਾਪਤ ਨਹੀਂ ਹੁੰਦੀਆਂ।
ਜੋ ਤੁਹਾਨੂੰ ਗੁਰਬਾਣੀ ਦੀ ਸੋਝੀ ਕਰਵਾਉਂਦਾ ਹੈ ਤੇ ਆਤਮਕ ਮਾਰਗ ਦਰਸ਼ਨ ਕਰਦਾ ਅਸਲੀ ਗੁਰੂ ਉਹੀ ਹੈ। ਪਰ ਡਾਕਟਰ ਸਾਹਿਬ ਇਹਦੇ ਉਲਟ ਗੁਰਬਾਣੀ ਨੂੰ ਹੀ ਗੁਰੂ ਮੰਨਣ ਦੇ ਦ੍ਰਿੜ ਧਾਰਨੀ ਸਨ। ਡਾਕਟਰ ਹੋਰਾਂ ਦੀ ਵੱਡੀ ਭੈਣ ਬੀਬੀ ਪ੍ਰੇਮ ਕੌਰ ਜੋ ਲਾਹੌਰ ਸ਼ਹਿਰ 'ਚ ਰਹਿੰਦੇ ਸੀ, ਉਹਨਾਂ ਨੇ ਆਪਣੇ ਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ। ਜਿੱਥੇ ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਸੱਦੇ ਗਏ, ਉੱਥੇ ਬੀਬੀ ਪ੍ਰੇਮ ਕੌਰ ਨੇ ਉਚੇਚਾ ਬਾਬਾ ਜੀ ਨੂੰ ਪ੍ਰੇਮ ਸਹਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਸਮੇਂ ਦਰਸ਼ਨ ਦੇਣ ਲਈ ਬੇਨਤੀ ਭੇਜੀ। ਬਾਬਾ ਜੀ ਸਰਦਾਰ ਅਵਤਾਰ ਸਿੰਘ ਦਲੇਰ ਤੇ ਉਹਨਾਂ ਦੇ ਸਾਡੂ ਸਕੁਆਡਨ ਲੀਡਰ ਸਰਦਾਰ ਸੂਰਤ ਸਿੰਘ, ਅੱਜ ਕੱਲ੍ਹ 35 ਸੈਕਟਰ ਚੰਡੀਗੜ੍ਹ 'ਚ, ਤੇ ਇਹਨਾਂ ਦੇ ਛੋਟੇ ਭਰਾ ਵਿੰਗ ਕਮਾਂਡਰ ਸਰਦਾਰ ਮੂਰਤ ਸਿੰਘ ਤੇ ਕੁਝ ਹੋਰ ਪ੍ਰੇਮੀਆਂ ਨਾਲ ਲਾਹੌਰ ਬੀਬੀ ਪ੍ਰੇਮ ਕੌਰ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਇੱਕ ਦਿਨ ਪਹਿਲੇ ਪੁੱਜ ਗਏ। ਸ਼ਾਮ ਤੱਕ ਬਾਬਾ ਜੀ ਨਾਲ ਪ੍ਰੇਮੀ ਜਨ ਗੁਰਬਾਣੀ ਵਿਚਾਰਾਂ ਸਾਂਝੀਆਂ ਕਰਦੇ ਰਹੇ। ਗੁਰਬਾਣੀ ਹੀ ਗੁਰੂ ਹੈ। ਸ਼ਾਮ ਨੂੰ ਡਾਕਟਰ ਕਰਤਾਰ ਸਿੰਘ ਹੋਰਾਂ ਦੇ ਪਿਤਾ ਜੀ ਰਾਵਲਪਿੰਡੀ ਤੋਂ ਬਾਬਾ ਹਰਾ ਸਿੰਘ ਜੀ, ਜਿਨ੍ਹਾਂ ਨੂੰ ਦੇਹਧਾਰੀ ਗੁਰੂ ਕਰਕੇ ਮੰਨਦੇ ਸਨ, ਨੂੰ ਨਾਲ ਲੈ ਕੇ ਘਰ ਪੁੱਜ ਗਏ। ਸਾਰੇ ਪਰਿਵਾਰ ਨੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦੀ ਬੜੀ ਆਓ ਭਗਤ ਕੀਤੀ। ਇੱਕ ਸੁੰਦਰ ਕਮਰਾ ਜੋ ਉਚੇਚੇ ਤੌਰ 'ਤੇ ਤਿਆਰ ਕਰਵਾਇਆ ਸੀ, ਵਿੱਚ ਉਤਾਰਾ ਦਿੱਤਾ ਗਿਆ। ਜਲ ਪਾਣੀ ਛਕਾਉਣ ਉਪਰੰਤ ਸਾਰੀ ਸੰਗਤ ਉਹਨਾਂ ਪਾਸ ਸੰਗਤ ਕਰਨ ਲਈ ਉਚੇਚੀ ਪੁੱਜ ਗਈ। ਡਾਕਟਰ ਸਾਹਿਬ ਤੇ ਇਹਨਾਂ ਦੇ ਸਾਥੀਆਂ ਨੇ ਗੁਰਬਾਣੀ ਗੁਰੂ ਹੈ ਇਸ ਵਿਸ਼ੇ 'ਤੇ ਗੱਲ ਆਰੰਭ ਕੀਤੀ। ਵੱਧਦੀ ਗੱਲ ਬਹਿਸ ਤੱਕ ਪੁੱਜ ਗਈ। ਜਦੋਂ ਕਈ ਘੰਟਿਆਂ ਦੀ ਬਹਿਸ ਕਰਨ ਉਪਰੰਤ ਵੀ ਗੱਲ ਕਿਸੇ ਸਿਰੇ ਨਾ ਲੱਗੀ ਤਾਂ ਡਾਕਟਰ ਕਰਤਾਰ ਸਿੰਘ ਜੀ ਨੇ ਕਿਹਾ ਕਿ ਅੱਜ ਅਸੀਂ ਇਸ ਗੱਲ ਦਾ ਨਿਰਣਾ ਜ਼ਰੂਰ ਕਰਨਾ ਹੈ ਕਿ ਗੁਰਬਾਣੀ ਗੁਰੂ ਹੈ ਜਾਂ ਦੇਹਧਾਰੀ ਗੁਰੂ ਹੋਣਾ ਚਾਹੀਦਾ ਹੈ। ਅਨੋਖੀ ਤਜਵੀਜ਼ ਬਾਬਾ ਜੀ ਦੀ ਦ੍ਰਿੜਤਾ। ਡਾਕਟਰ ਹੋਰਾਂ ਨੇ ਬੜੇ ਜੋਸ਼ 'ਚ ਕਿਹਾ ਕਿ ਇੰਜ ਗੱਲ ਨਹੀਂ ਮੁੱਕਣੀ, ਅਸੀਂ ਪ੍ਰਤੱਖ ਦੋ ਟੁਕ ਫੈਸਲਾ ਕਰਨਾ ਚਾਹੁੰਦੇ ਹਾਂ। ਮੈਂ ਤਜਵੀਜ਼ ਰੱਖਦਾ ਕਿ ਜੋ ਸਾਰੀ ਸੰਗਤ 'ਚ 5 ਕਿਲੋ ਅੰਬਰੀ ਸੇਬ ਕਸ਼ਮੀਰ 'ਚੋਂ ਆਪਣੀ ਆਤਮਕ ਸ਼ਕਤੀ ਨਾਲ ਲਿਆ ਦੇਵੇ, ਅਸੀਂ ਸਾਰੇ ਉਹਦੇ ਪੱਖ 'ਚ ਹੋ ਜਾਵਾਂਗੇ। ਇਹ ਅਨੋਖੀ ਤਜਵੀਜ਼ ਸੁਣ ਕੇ ਸਾਰੀ ਸੰਗਤ 2 ਮਿੰਟ ਲਈ ਚੁੱਪ ਹੋ ਗਈ। ਅਖੀਰ ਡਾਕਟਰ ਹੋਰਾਂ ਦੇ ਪਿਤਾ ਜੀ ਬੋਲੇ, ਤੁਸੀਂ ਪਹਿਲੇ ਆਪਣੇ ਭਾਈ ਸਾਹਿਬ ਮਤਲਬ ਬਾਬਾ ਜੀ ਨੂੰ ਪੁੱਛ ਲਓ ਕਿ ਕੀ ਉਹ ਇਹ ਸ਼ਰਤ ਮੰਨਣ ਨੂੰ ਤਿਆਰ ਹਨ, ਇੱਧਰ ਅਸੀਂ ਵੀ ਸਲਾਹ ਕਰ ਲੈਂਦੇ ਹਾਂ। ਡਾਕਟਰ ਸਾਹਿਬ ਤੇ ਬਾਬਾ ਜੀ ਦੇ ਹੋਰ ਪ੍ਰੇਮੀ ਉੱਥੋਂ ਉੱਠ ਕੇ ਬਾਬਾ ਜੀ ਪਾਸ ਉਹਨਾਂ ਦੇ ਨਿਵਾਸ ਵਾਲੇ ਕਮਰੇ 'ਚ ਆਏ। ਸਾਰੀ ਵਾਰਤਾਲਾਪ ਵੇਰਵੇ ਸਹਿਤ ਦੱਸੀ। ਡਾਕਟਰ ਕਰਤਾਰ ਸਿੰਘ ਜੀ ਨੇ ਆਪਣੇ ਵੱਲੋਂ ਰੱਖੀ ਸ਼ਰਤ ਵੀ ਦੱਸੀ ਕਿ ਜੇ 5 ਕਿਲੋ ਅੰਬਰੀ ਸੇਬ ਸੰਗਤ ਵਿੱਚ ਬੈਠਿਆ ਸ਼ਕਤੀ ਰਾਹੀਂ ਮੰਗਵਾ ਦੇਗਾ, ਉਹਦੇ ਪੱਖ ਨੂੰ ਸਹੀ ਮੰਨ ਲਿਆ ਜਾਏਗਾ। ਬਾਬਾ ਜੀ ਸਾਰੀ ਵਾਰਤਾ ਤੇ ਰੱਖੀ ਸ਼ਰਤ ਨੂੰ ਸੁਣ ਕੇ ਕੁਝ ਪਲ ਚੁੱਪ ਰਹੇ ਤੇ ਬੋਲੇ ਕਿ ਜੇ ਗੁਰੂ ਰੂਪ ਗੁਰਬਾਣੀ ਦੀ ਮਾਣ ਮਰਿਆਦਾ ਦੀ ਗੱਲ ਹੈ ਤੇ 5 ਕਿਲੋ ਦੀ ਥਾਂ 10 ਕਿਲੋ ਸੇਬ ਸਾਰੀ ਸੰਗਤ ਦੇ ਬੈਠਿਆਂ ਆ ਜਾਣਗੇ। ਇਹ ਕਿਹੜਾ ਕੋਈ ਵੱਡੀ ਗੱਲ ਹੈ, ਅਸੀਂ ਤਾਂ ਅਰਦਾਸ ਹੀ ਕਰਨੀ ਹੈ, ਸਤਿਗੁਰੂ ਜੀ ਜ਼ਰੂਰ ਪੂਰੀ ਕਰਨਗੇ। ਇਹ ਦ੍ਰਿੜਤਾ ਭਰੇ ਬਚਨ ਸੁਣ ਕੇ ਸਾਰੇ ਪ੍ਰੇਮੀਆਂ ਨੇ ਖੁਸ਼ੀ 'ਚ ਜੈਕਾਰਾ ਛੱਡਿਆ ਤੇ ਦੇਹਧਾਰੀ ਬਾਬਿਆਂ ਦੇ ਕਮਰੇ 'ਚ ਦਾਖਲ ਹੋਏ ਤੇ ਕਿਹਾ ਕਿ ਗੁਰਬਾਣੀ ਦੇ ਪੈਰੋਕਾਰ ਤਾਂ 5 ਦੀ ਥਾਂ 10 ਕਿਲੋ ਸੇਬ ਲਿਆਉਣ ਨੂੰ ਤਿਆਰ ਹਨ। ਹੁਣ ਆਪ ਜੀ ਦੱਸੋ, ਤੁਸੀਂ ਕਿੱਥੇ ਖੜੇ ਹੋ? ਇਹ ਬਚਨ ਸੁਣ ਕੇ ਉਹ ਸਾਫ਼ ਹੀ ਮੁੱਕਰ ਗਏ। ਕਹਿਣ ਲੱਗੇ ਕਿ ਅਸੀਂ ਇਸ ਤਰ੍ਹਾਂ ਦੀਆਂ ਕਰਾਮਾਤਾਂ 'ਚ ਯਕੀਨ ਨਹੀਂ ਰੱਖਦੇ। ਤੁਸੀਂ ਸਾਨੂੰ ਘਰ ਸੱਦ ਕੇ ਸਾਡੀ ਬੇਇੱਜ਼ਤੀ ਕੀਤੀ ਹੈ। ਇਹ ਬਹਾਨਾ ਪਾ ਕੇ ਰਾਤੋਂ ਰਾਤ ਹੀ ਆਪਣੇ ਵਤਨਾਂ ਨੂੰ ਪੱਤਰਾ ਵਾਚ ਗਏ। ਸਵੇਰੇ ਭੋਗ ਪੈਣ ਉਪਰੰਤ ਕੇਵਲ ਗੁਰਬਾਣੀ ਹੀ ਗੁਰੂ ਹੈ ਇਸ ਵਿਸ਼ੇ ਉੱਪਰ ਸੰਗਤ 'ਚ ਵਿਚਾਰਾਂ ਹੋਈਆਂ। ਕੀਰਤਨ ਉਪਰੰਤ ਬਾਬਾ ਜੀ ਨੇ ਵੀ ਮੁੱਖ ਵਾਕ ਦੀ ਕਥਾ ਸੰਗਤਾਂ ਨੂੰ ਗੁਰੂ ਆਸ਼ੇ ਅਨੁਸਾਰ ਸਰਵਣ ਕਰਾਈ ਤੇ ਵਿਸ਼ੇਸ਼ ਪ੍ਰੇਰਨਾ ਦਿੱਤੀ ਕਿ ਜਿਸ ਨੇ ਗੁਰਬਾਣੀ ਗੁਰੂ ਪਾਸੋਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਹਨ, ਉਹਨੂੰ ਗੁਰੂ ਆਸ਼ੇ ਅਨੁਸਾਰ ਗੁਰੂ ਦੀਖਿਆ ਪ੍ਰਾਪਤ ਕਰਨੀ ਪਏਗੀ। ਗੁਰੂ ਦੀਖਿਆ ਦੇਣ ਦਾ ਅਧਿਕਾਰ ਸਤਿਗੁਰੂ ਜੀ ਨੇ 5 ਪਿਆਰਿਆਂ ਨੂੰ ਸੌਂਪਿਆ ਹੋਇਆ। ਭਾਵ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹਰ ਗੁਰਸਿੱਖ ਲਈ ਜ਼ਰੂਰੀ ਹੈ। ਤੇ ਜਦੋਂ ਗੁਰਸਿੱਖ 5 ਪਿਆਰਿਆਂ ਪਾਸੋਂ ਅੰਮ੍ਰਿਤ ਛਕ ਕੇ ਮਰਿਆਦਿਕ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਲੜ ਲੱਗ ਜਾਂਦਾ ਹੈ, ਫਿਰ ਉਸ ਸਿੱਖ ਨੂੰ ਕਿਸੇ ਦੇਹਧਾਰੀ ਗੁਰੂ ਦੀ ਲੋੜ ਨਹੀਂ ਰਹਿੰਦੀ। ਡਾਕਟਰ ਸਾਹਿਬ ਤੇ ਹੋਰ ਪ੍ਰੇਮੀਆਂ ਨੇ ਪ੍ਰੋਗਰਾਮ ਉਲੀਕ ਕੇ ਅੰਮ੍ਰਿਤ ਸੰਚਾਰ ਦਾ ਦਿਨ ਨਿਯਤ ਕਰ ਲਿਆ। ਬਾਬਾ ਜੀ ਨੇ ਹੋਰ 5 ਅੰਮ੍ਰਿਤਧਾਰੀ ਪ੍ਰੇਮੀਆਂ ਨੂੰ ਸ਼ਾਮਲ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਕਾਫੀ ਸੰਗਤ ਨੇ ਲਾਹੌਰ ਵਿਖੇ ਅੰਮ੍ਰਿਤਪਾਨ ਕੀਤਾ। ਹਰ ਗੁਰਸਿੱਖ ਨੂੰ ਇਸ ਭੁਲੇਖੇ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਕੇਵਲ ਗੁਰਸਿੱਖ ਦਾ ਗੁਰੂ ਗੁਰਬਾਣੀ ਹੀ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਰਾਗ ਨਟ ਵਿੱਚ ਦਰਜ ਇਹ ਪੰਕਤੀਆਂ ਕਿਸੇ ਹੋਰ ਦੇਹਧਾਰੀ ਦੀ ਮਨੌਤ ਲਈ ਗੁੰਜਾਇਸ਼ ਨਹੀਂ ਰਹਿਣ ਦਿੰਦੀਆਂ।
ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪਰਤਕ ਗੁਰੂ ਨਿਸਤਾਰੇ। ਯਾ ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ, ਪਾਦਰ ਮਤਲਬ ਮੁਕਤੀ ਤਾਂ ਸਿੱਧਾ ਪੱਧਰਾ ਰਸਤਾ। ਸਤਿਗੁਰ ਪਾਦਰ ਮੁਕਤ ਜਨਾਵੈ ਗੋ, ਤਥਾ ਸਤਿਗੁਰ ਕੀ ਬਾਣੀ ਸੱਚੇ ਵਾਹਿਗੁਰੂ ਦਾ ਸਰੂਪ। ਸਤ ਸਰੂਪ ਹੈ ਗੁਰਬਾਣੀ ਬਣੀਐ, ਤਥਾ ਸਤਿਗੁਰ ਬਾਣੀ ਪੁਰਖ, ਸਭ ਤੋਂ ਉੱਤਮ ਪੁਰਖ ਮਤਲਬ ਪਰਮੇਸ਼ਰ। ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਤਲਬ ਪੰਗਰਿਆ, ਮਨ ਭੀਨਾ ਨਿਜ ਘਰ ਆਵੈ ਗੋ। ਲੋੜ ਹੈ ਗੁਰੂ ਕੀ ਬਾਣੀ ਨੂੰ ਸਤਿਗੁਰੂ ਸਰੂਪ ਜਾਣ ਕੇ ਭਰੋਸਾ ਤੇ ਸ਼ਰਧਾ ਕਰਨ ਦੀ। ਜੋ ਕਰੇਗਾ ਉਹ ਜੋ ਸੁਣੇ ਕਮਾਵੈ, ਸੋ ਉਤਰੈ ਪਾਰ। ਅਗਲਾ ਲੇਖ ਹੈ 1947 ਦਾ ਬਟਵਾਰਾ। ਇੱਧਰ ਬਾਬਾ ਜੀ ਸੰਗਤ ਦੀ ਸੇਵਾ ਤੇ ਸਿਮਰਨ ਦਾ ਫਰਜ਼ ਨਿਭਾ ਰਹੇ ਸਨ। ਉੱਧਰ ਜੋ 1.5 ਸਾਲ ਪਹਿਲੇ ਸਤਿਗੁਰੂ ਜੀ ਨੇ ਬਾਬਾ ਜੀ ਨੂੰ ਅਨੁਭਵ ਵਿੱਚ ਦ੍ਰਿਸ਼ ਦਿਖਾਇਆ ਸੀ, ਉਹ ਸਾਕਾਰ ਰੂਪ 'ਚ ਵਰਤਣ ਲੱਗ ਪਿਆ। ਲੋਕਾਂ ਦੇ ਦਿਲਾਂ 'ਚ ਨਫ਼ਰਤ ਪੈਦਾ ਹੋ ਗਈ। ਜੋ ਲੋਕ ਇੱਕ ਦਿਨ ਪਹਿਲੇ ਸਕੇ ਭਰਾਵਾਂ ਵਾਂਗ ਪਿਆਰ ਮੁਹੱਬਤ 'ਚ ਵਿਚਰਦੇ ਸਨ, ਅੱਜ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਬੈਠੇ। ਸਾੜ ਫੂਕ ਲੁੱਟ ਮਾਰ ਸ਼ੁਰੂ ਹੋ ਗਈ। ਬਾਬਾ ਜੀ ਦੇ ਬਾਕੀ ਭਰਾ ਜੋ ਬਾਹਰ ਮਤਲਬ ਹੁਣ ਪਾਕਿਸਤਾਨ 'ਚ ਸਨ, ਵਿਚਾਰ ਕਰਨ ਲੱਗੇ ਕਿ ਅੱਜ ਤੱਕ ਅਸੀਂ ਹਰਨਾਮ ਸਿੰਘ ਨੂੰ ਦੁਨਿਆਵੀ ਭਰਾ ਹੀ ਸਮਝੀ ਗਏ, ਉਹਨਾਂ ਦੀ ਗੱਲ ਨਾ ਮੰਨੀ। ਜੇ ਉਦੋਂ ਉਹਨਾਂ ਦਾ ਕਹਿਣਾ ਮੰਨ ਲੈਂਦੇ ਤਾਂ ਅੱਜ ਇਹ ਮੁਸੀਬਤ ਨਾ ਬਣਦੀ। ਪਰ ਹੁਣ ਹੋ ਵੀ ਕੀ ਸਕਦਾ ਸੀ, ਕੇਵਲ ਪਛਤਾਵਾ ਪੱਲੇ ਰਹਿ ਗਿਆ ਜੋ ਖਿੰਨ ਖਿੰਨ ਪਲ ਪਲ ਹੋ ਰਿਹਾ ਸੀ। ਬਾਕੀ ਲੋਕਾਂ ਵਾਂਗ ਉਹਨਾਂ ਵੀ ਗੱਡਾ ਜੋੜਿਆ, ਜਿੰਨਾ ਕੁ ਸਮਾਨ ਲੈ ਸਕਦੇ ਸੀ ਗੱਡੇ 'ਤੇ ਰੱਖ ਕਾਫਲੇ ਨਾਲ ਵਤਨ ਨੂੰ ਤੁਰ ਪਏ। ਅਤੇ ਉਹ ਜ਼ਮੀਨ ਜਿਹਨੂੰ ਕਹਿੰਦੇ ਸਨ ਕਿ ਜੱਟ ਮਰ ਕੇ ਵੀ ਨਹੀਂ ਛੱਡਦਾ, ਜਿਉਂਦੇ ਜੀ ਛੱਡਣੀ ਪੈ ਗਈ। ਅਖੀਰ ਕਈ ਮੁਸੀਬਤਾਂ ਝਾਕਦੇ, ਕਤਲੇਆਮ ਹੁੰਦੀ ਦੇਖਦੇ, ਭੁੱਖਣ ਭਾਣੇ ਸਿਰ 'ਤੇ ਮੌਤ ਦਾ ਸਹਿਮ ਚੁੱਕੀ ਕਈਆਂ ਦਿਨਾਂ ਬਾਅਦ ਪਿੰਡ ਧੁੱਗੇ ਪੁੱਜੇ। ਕੁਝ ਦਿਨ ਪਿੰਡ ਬਤੀਤ ਕਰਨ ਤੋਂ ਪਿੱਛੋਂ ਨਵੀਂ ਵਿਉਂਤਬੰਦੀ ਨੇ ਹਿਰਦੇ ਵਿੱਚ ਪ੍ਰਵੇਸ਼ ਕੀਤਾ। ਸਲਾਹ ਬਣੀ ਕਿ ਸਭ ਤੋਂ ਛੋਟੇ ਭਾਈ ਲਛਮਣ ਸਿੰਘ ਜੀ ਨੂੰ ਬਾਬਾ ਜੀ ਪਾਸ ਕਰੇਰੂਏ ਭੇਜਿਆ ਜਾਏ ਅਤੇ ਭਾਈ ਤਾਰਾ ਸਿੰਘ ਅਤੇ ਭਾਈ ਠਾਕਰ ਸਿੰਘ ਪਿੰਡ ਧੁੱਗੇ ਹੀ ਠਹਿਰਨ। ਇਸ ਨਵੀਂ ਵਿਉਂਤਬੰਦੀ ਮੁਤਾਬਕ ਭਾਈ ਲਛਮਣ ਸਿੰਘ ਜੀ ਕਰੇਰੂਏ ਮਤਲਬ ਧੌਲਪੁਰ ਪੁੱਜ ਗਏ ਅਤੇ ਖੇਤੀਬਾੜੀ ਦਾ ਕੰਮ ਸੰਭਾਲ ਲਿਆ। ਬਾਬਾ ਜੀ ਦੇ ਜਿੰਮੇ ਲੱਗੀ ਡਿਊਟੀ ਵਿੱਚੋਂ ਉਹਨਾਂ ਨੂੰ ਰਾਹਤ ਮਿਲ ਗਈ। ਬਾਬਾ ਜੀ ਉੱਤੇ ਤਾਂਤਰਿਕ ਜੋਗੀ ਨੇ ਆਪਣੇ ਤਾਂਤਰਿਕ ਸਾਧਨ ਨਾਲ ਦਬਾਅ ਪਾਉਣਾ, ਆਪ ਨੇ ਗੁਰਮੰਤਰ ਦੀ ਸ਼ਕਤੀ ਦੁਆਰਾ ਉਹਦਾ ਮਾਣ ਤੋੜਨਾ। ਜੋ ਮਨੁੱਖ ਕਹਿਣੀ ਤੇ ਕਰਨੀ ਦਾ ਸੂਰਾ ਹੁੰਦਾ ਹੈ, ਉਹਦੇ ਮੁਖਾਰਬੰਦ ਵਿੱਚੋਂ ਨਿਕਲੇ ਬਚਨ ਬੜੇ ਅਸਰਦਾਇਕ ਤੇ ਪ੍ਰਭਾਵਸ਼ਾਲੀ ਹੁੰਦੇ ਹੈ। ਜੋ ਨਿਰਾ ਦੂਸਰਿਆਂ ਨੂੰ ਉਪਦੇਸ਼ ਦਿੰਦਾ ਹੈ, ਆਪ ਉਹਦੀ ਕਮਾਈ ਤੋਂ ਸਖਣਾ ਹੁੰਦਾ ਹੈ, ਉਹਦਾ ਅਸਰ ਦੂਸਰਿਆਂ 'ਤੇ ਨਾ ਮਾਤਰ ਹੀ ਹੁੰਦਾ ਹੈ। ਤਦ ਹੀ ਗੁਰਬਾਣੀ 'ਚ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਕਿ ਪ੍ਰਥਮੇ ਮਨ ਪ੍ਰਬੁੱਧ ਹੈ, ਆਪਣਾ ਪਛ ਹੈ ਅਵਰ ਰਿਝਾਵੈ। ਜੀ ਪਹਿਲੇ ਆਪ ਪੂਰਨ ਕਮਾਈ ਕਰਕੇ ਫੇਰ ਹੀ ਦੂਜਿਆਂ ਨੂੰ ਉਪਦੇਸ਼ ਦੇਵੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਉਸ ਜੀਵ ਆਤਮਾ ਨੂੰ ਕਿੰਨੀ ਵਡਿਆਈ ਦਿੰਦੇ ਹੈ ਜੋ ਆਪ ਉਸ ਪਿਆਰੇ ਪ੍ਰੀਤਮ ਦੀ ਆਰਾਧਨਾ ਕਰਕੇ ਉਹਦੀ ਯਾਦ ਨੂੰ ਸਦੀਵੀ ਤੌਰ 'ਤੇ ਹਿਰਦੇ 'ਚ ਵਸਾ ਲੈਂਦਾ ਹੈ। ਫਿਰ ਹੀ ਦੂਸਰੇ ਜਗਿਆਸੂਆਂ ਨੂੰ ਉਸ ਕਰਤੇ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਤਥਾ ਹੋ ਤਿਸ ਘੋਲ ਘੁਮਾਈਆ, ਸਤਿਗੁਰ ਦਾ ਉਪਦੇਸ਼ ਕਮਾਵੈ। ਜੋ ਆਪ ਤਾਂ ਕਮਾਈ ਨਹੀਂ ਕਰਦੇ, ਕੇਵਲ ਦੂਸਰਿਆਂ ਨੂੰ ਹੀ ਉਪਦੇਸ਼ ਦਿੰਦੇ ਹਨ। ਬਾਬਾ ਕਬੀਰ ਜੀ ਉਹਨਾਂ ਪ੍ਰਤੀ ਫਤਵਾ ਦਿੰਦੇ ਹਨ, ਕਬੀਰ ਅਵਰੈ ਕੋ ਉਪਦੇਸ਼ ਤੇ, ਮੁਖ ਮੈਂ ਪਰੇ ਹੈ ਰੀਤ, ਰਾਸ ਬਿਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਅਤੇ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਪਰੋਕਤ ਹੁਕਮ ਦੀ ਪ੍ਰੋੜਤਾ ਕਰਦੇ ਹੈ। ਅਵਰ ਉਪਦੇਸ਼ ਹੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੇ। ਪਰ ਬਾਬਾ ਜੀ ਨੇ ਤਾਂ ਸਾਰੀ ਆਯੂ ਦੂਸਰਿਆਂ ਨੂੰ ਕਰਨ ਲਈ ਜੋ ਵੀ ਕਿਹਾ, ਪਹਿਲੇ ਆਪ ਉਹਦੀ ਪੂਰੀ ਕਮਾਈ ਕਰਕੇ ਆਪਣੇ ਜੀਵਨ 'ਚ ਢਾਲਿਆ, ਜਾਂ ਸਤਿਗੁਰੂ ਜੀ ਦੀ ਬਾਣੀ ਦੇ ਆਧਾਰ 'ਤੇ ਕੋਈ ਬਚਨ ਕੀਤਾ। ਸੋ ਇਹੋ ਜਿਹੇ ਕਰਨੀ ਵਾਲੇ ਜੀਵਨ ਦਾ ਆਲੇ ਦੁਆਲੇ ਦੇ ਵਾਤਾਵਰਨ 'ਤੇ
ਪ੍ਰਭਾਵ ਪੈਣਾ ਕੁਦਰਤੀ ਸੀ। ਸੰਗਤਾਂ ਨੇ ਬਾਬਾ ਜੀ ਦੇ ਬਚਨਾਂ ਨੂੰ ਹਿਰਦੇ 'ਚ ਥਾਂ ਦਿੱਤੀ ਤੇ ਮਨ-ਮਤ ਦਾ ਤਿਆਗ ਕਰਕੇ ਗੁਰਮਤ ਨੂੰ ਜੀਵਨ 'ਚ ਧਾਰਨ ਕੀਤਾ। ਸ਼ਰਾਬ ਦੀ ਥਾਂ ਅੰਮ੍ਰਿਤ ਨੇ ਲੈ ਲਈ। ਮਾਸ ਦੀ ਤਾਮਸੀ ਖੁਰਾਕ, ਤਾਮਸੀ ਮਤਲਬ ਤਮੋ ਗੁਣ, ਕ੍ਰੋਧੀ ਤੇ ਭੋਗੀ ਬਿਰਤੀ ਪੈਦਾ ਕਰਨ ਵਾਲੀ ਜਿਹੜੀ ਖੁਰਾਕ ਹੁੰਦੀ ਹੈ, ਛੱਡ ਕੇ ਸ਼ਾਕਾਹਾਰੀ ਜੀਵਨ ਬਣ ਗਏ। ਤਾਂਤਰਿਕ ਨਾਥ। ਇਸੇ ਨਗਰ ਕਰੇਰੂਆ ਦੇ ਨਜ਼ਦੀਕ ਜੋਗ ਮਤ ਨਾਲ ਸੰਬੰਧਿਤ ਇੱਕ ਨਾਥ ਰਹਿੰਦਾ ਸੀ, ਜੋ ਥੋੜ੍ਹੀ ਰਿੱਧੀ ਸਿੱਧੀ ਦੀ ਸ਼ਕਤੀ ਰੱਖਣ ਸਦਕਾ ਲੋਕਾਂ ਨੂੰ ਵਰ ਸ਼ਰਾਬ ਦੇ ਡਰ ਦੇ ਕੇ ਆਪਣੀ ਪੂਜਾ ਕਰਾਉਂਦਾ ਸੀ। ਲੋਕ ਉਹਨੂੰ ਮਾਸ ਸ਼ਰਾਬ ਦੀਆਂ ਦਾਵਤਾਂ ਦਿੰਦੇ ਸਨ। ਜਿਉਂ ਹੀ ਲੋਕ ਗੁਰਮਤ ਵੱਲ ਪ੍ਰੇਰੇ ਗਏ ਤਦ ਉਸ ਜੋਗੀ ਦੀ ਮਾਨਤਾ 'ਚ ਫਰਕ ਪੈਣਾ ਕੁਦਰਤੀ ਸੀ। ਇਸ ਸਾਰੀ ਮਾਨਤਾ ਦੇ ਘਟਣ ਦਾ ਕਾਰਨ ਵੀ ਉਸ ਜੋਗੀ ਨੂੰ ਪਤਾ ਲੱਗ ਗਿਆ। ਉਹਨੇ ਸੋਚਿਆ ਕਿ ਜਿਨ੍ਹਾਂ ਨੇ ਮੇਰੇ ਇਸ ਚੱਲਦੇ ਰੁਜ਼ਗਾਰ 'ਤੇ ਲੱਤ ਮਾਰੀ ਹੈ, ਮੈਂ ਉਹਨੂੰ ਆਪਣੀ ਸ਼ਕਤੀ ਨਾਲ ਇਸ ਨਗਰ 'ਚ ਨਹੀਂ ਰਹਿਣ ਦੇਣਾ ਅਤੇ ਆਪਣੀ ਘਟੀ ਪ੍ਰਤਿਸ਼ਠਤਾ ਨੂੰ ਬਹਾਲ ਕਰਨ ਲਈ ਉਹਨੂੰ ਨੀਵਾਂ ਵੀ ਦਿਖਾਲਣਾ ਹੈ। ਪਰ ਜਿਵੇਂ ਗੁਰਬਾਣੀ ਦਾ ਫੁਰਮਾਨ ਹੈ, ਮੰਤਰੀ ਹੋਏ ਅਠੂਇਆ ਨਾਗੀ ਲੱਗੈ ਜਾਏ, ਆਪਣ ਹੱਥੀਂ ਆਪਣਾ ਦੇ ਕੂਚਾ ਵੇਲਾਏ। ਨਾਥ ਦਾ ਪਹਿਲਾ ਹਮਲਾ। ਸਰਦੀ ਦਾ ਮੌਸਮ ਸੀ। ਬਾਬਾ ਜੀ ਆਪਣੇ ਰਿਹਾਇਸ਼ੀ ਅਸਥਾਨ ਦੇ ਬਾਹਰ ਧੁੱਪ 'ਚ ਬੈਠੇ ਨਾਮ ਸਿਮਰਨ 'ਚ ਲੀਨ ਸਨ। 200 ਗਜ਼ ਦੀ ਵਿੱਥ 'ਤੇ ਇੱਕ ਪਗਡੰਡੀ ਸੀ। ਉਸ ਜੋਗੀ ਨੇ ਉੱਥੇ ਖਲੋ ਕੇ ਆਪਣੀ ਤਾਂਤਰਿਕ ਸ਼ਕਤੀ, ਜਿਸ 'ਚ ਕਾਫੀ ਮਾਹਰ ਸੀ, ਨਾਲ ਬਾਬਾ ਜੀ ਨੂੰ ਕੁਝ ਕਰਨਾ ਚਾਹਿਆ। ਬਾਬਾ ਜੀ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਜੋਗੀ ਸਾਡੇ ਉੱਤੇ ਆਪਣੀ ਤਾਂਤਰਿਕ ਸ਼ਕਤੀ ਚਲਾ ਰਿਹਾ ਹੈ। ਆਪ ਜੀ ਸਿਮਰਨ 'ਚ ਮਗਨ ਬੈਠੇ ਸੀ। ਬਾਬਾ ਜੀ ਨੇ ਦੱਸਿਆ, ਅਚਾਨਕ ਸਾਡੇ ਦਿਲ ਨੂੰ ਕਾਹਲੀ ਜੀ ਪੈਣ ਲੱਗ ਪਈ ਤੇ ਥੋੜ੍ਹੀ ਘਬਰਾਹਟ ਮਹਿਸੂਸ ਹੋਈ। ਆਲੇ ਦੁਆਲੇ ਨਿਗਾਹ ਮਾਰੀ ਤਾਂ ਸਾਹਮਣੇ ਉਹ ਜੋਗੀ ਖੜਾ ਦਿਸਿਆ। ਆਪ ਜੀ ਫਿਰ ਸਿਮਰਨ 'ਚ ਜੁਟ ਗਏ। ਦੂਸਰਾ ਵਾਰ। ਅਗਲੇ ਦਿਨ ਫਿਰ ਉਸੇ ਜਗ੍ਹਾ ਖਲੋ ਕੇ ਜੋਗੀ ਨੇ ਆਪਣੀ ਸ਼ਕਤੀ ਨਾਲ ਬਾਬਾ ਜੀ ਉੱਪਰ ਆਪਣਾ ਬਲ ਪਾਉਣਾ ਚਾਹਿਆ। ਉਹਦੀ ਸ਼ਕਤੀ ਨਾਲ ਬਾਬਾ ਜੀ ਦੀ ਬਿਰਤੀ 'ਚ ਉਤਥਾਨ ਹੋਈ। ਵੇਖਣ ਤੋਂ ਪਤਾ ਚੱਲਿਆ ਕਿ ਉਹੀ ਕੱਲ੍ਹ ਵਾਲਾ ਨਾਥ ਕੁਝ ਕਰ ਰਿਹਾ ਹੈ। ਆਪ ਜੀ ਸਿਮਰਨ 'ਚ ਮਗਨ ਰਹੇ। ਤੀਸਰਾ ਹਮਲਾ। ਤੀਸਰੇ ਦਿਨ ਫਿਰ ਉਸ ਨਾਥ ਨੇ ਪਹਿਲੇ ਵਾਂਗ ਹੀ ਕੀਤਾ। ਬਾਬਾ ਜੀ ਨੇ ਵੇਖਿਆ ਕਿ ਆਪਣੇ ਕੰਮ ਤੋਂ ਅਜੇ ਹਟਿਆ ਨਹੀਂ, ਆਪਣਾ ਜ਼ੋਰ ਲਾਈ ਜਾਂਦਾ ਹੈ। ਤਦ ਆਪ ਜੀ ਨੇ ਜੋਗੀ ਦੇ ਤਾਂਤਰਿਕ ਬਲ ਨੂੰ ਰੋਕਣ ਲਈ ਉਸ ਵੱਲ ਨਿਗਾਹ ਕਰਕੇ ਇਕਾਗਰਤਾ ਸਹਿਤ ਸਵਾਸ ਦੇ ਨਾਲ ਉੱਚੀ ਵਾਹਿਗੁਰੂ ਕਿਹਾ। ਪਹਿਲੀ ਵਾਰੀ ਗੁਰਮੰਤਰ ਦਾ ਉਚਾਰਨ ਕਰਨ ਨਾਲ ਉਹ ਜੋਗੀ ਜ਼ਮੀਨ 'ਤੇ ਡਿੱਗ ਪਿਆ। ਜਦੋਂ ਦੂਸਰੀ ਵਾਰ ਇਸੇ ਤਰ੍ਹਾਂ ਉੱਚੀ ਸੁਰ 'ਚ ਵਾਹਿਗੁਰੂ ਕਿਹਾ ਤਾਂ ਉਹ ਨਾਥ 4 ਫੁੱਟ ਦੇ ਕਰੀਬਨ ਜ਼ਮੀਨ 'ਤੇ ਘਿਸਰਦਾ ਹੋਇਆ ਬਾਬਾ ਜੀ ਵੱਲ ਖਿੱਚਿਆ ਗਿਆ, ਜਿਵੇਂ ਕਿਸੇ ਨੂੰ ਰੱਸੇ ਨਾਲ ਬੰਨ੍ਹ ਕੇ ਖਿੱਚੀਦਾ। ਜਦੋਂ ਤੀਸਰੀ ਵਾਰ ਗੁਰਮੰਤਰ ਦਾ ਉਚਾਰਨ ਕੀਤਾ ਤਾਂ ਫਿਰ ਉਸੇ ਤਰ੍ਹਾਂ ਖਿੱਚਿਆ ਗਿਆ ਅਤੇ ਉਹਨੇ ਮਾਫੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਨੂੰ ਬਖਸ਼ ਦਿਓ, ਮੈਥੋਂ ਗਲਤੀ ਹੋ ਗਈ, ਮੈਂ ਮੁੜ ਕੇ ਕਿਸੇ ਵੀ ਸਿੱਖ ਸੰਤ ਨੂੰ ਕਦੇ ਵੀ ਕੁਝ ਨਹੀਂ ਕਹਿੰਦਾ, ਹੁਣ ਬਖਸ਼ ਦਿਓ ਆਦਿ। ਬਾਬਾ ਜੀ ਦੱਸਿਆ ਕਰਦੇ ਸਨ ਕਿ ਜਿਸ ਭਾਵਨਾ ਨਾਲ ਅਸੀਂ ਪਹਿਲੇ 3 ਵਾਰੀ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕੀਤਾ ਸੀ, ਉਹਦਾ ਤਿਆਗ ਕਰ ਦਿੱਤਾ ਅਤੇ ਪਹਿਲੇ ਵਾਂਗ ਸਿਮਰਨ ਜਾਰੀ ਰੱਖਿਆ। ਥੋੜ੍ਹੇ ਸਮੇਂ ਬਾਅਦ ਉਹ ਜੋਗੀ ਉੱਠਿਆ, ਦੋਨੋਂ ਹੀ ਨਮਸਕਾਰਾਂ ਕਰਦਾ ਚਲਾ ਗਿਆ। ਸਿਮਰਨ ਤੋਂ ਬਾਅਦ ਬਾਬਾ ਜੀ ਨੇ ਉੱਠ ਕੇ ਉਹ ਜਗ੍ਹਾ ਵੇਖੀ ਜਿੱਥੇ ਨਾਥ ਡਿੱਗਿਆ ਸੀ। ਉੱਥੇ ਜਿਵੇਂ ਕਿਸੇ ਨੂੰ ਮਿੱਟੀ 'ਚ ਘਸੀਟੀਦਾ ਹੈ, ਇਸ ਪ੍ਰਕਾਰ ਨਿਸ਼ਾਨ ਪਏ ਹੋਏ ਸਨ। ਇਸ ਘਟਨਾ ਨਾਲ ਮਨ 'ਚ ਇੱਕ ਹੋਰ ਪਰਪੱਕਤਾ ਹੋ ਗਈ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਜੋ ਗੁਰਮੰਤਰ ਬਖਸ਼ਿਸ਼ ਕੀਤਾ ਹੈ, ਸਭ ਤੋਂ ਸ਼੍ਰੋਮਣੀ ਅਤੇ ਸਭ ਤੋਂ ਵੱਧ ਸ਼ਕਤੀਵਾਨ ਹੈ। ਧੰਨ ਹਨ ਸਤਿਗੁਰੂ ਜੀ, ਜਿਨ੍ਹਾਂ ਨੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ 4 ਯੁੱਗਾਂ ਦੇ ਮੰਤਰਾਂ ਵਿੱਚੋਂ ਇੱਕ ਅੱਖਰ ਲੈ ਕੇ ਚਾਰੇ ਯੁੱਗਾਂ ਦੇ ਮੰਤਰਾਂ ਦਾ ਫਲ ਦਿੱਤਾ। ਵਾਹਿਗੁਰੂ ਗੁਰਮੰਤਰ ਆਪਣੇ ਗੁਰਸਿੱਖਾਂ ਨੂੰ ਬਖਸ਼ਿਆ। ਸਤਿਯੁਗ ਸਤਿਗੁਰ ਵਾਸੁਦੇਵ ਵਵਾ ਵਿਸ਼ਨਾ ਨਾਮ ਜਪਾਵੈ। ਦੁਆਪਰ ਸਤਿਗੁਰ ਹਰਿ ਕ੍ਰਿਸ਼ਨ ਹਾਹਾ ਹਰ ਹਰ ਨਾਮ ਜਪਾਵੈ। ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੈ ਸੁਖ ਪਾਵੈ। ਕਲਯੁਗ ਨਾਨਕ ਗੁਰ ਗੋਬਿੰਦ ਗੱਗਾ ਗੋਬਿੰਦ ਨਾਮ ਅਲਾਵੈ। ਚਾਰੇ ਯੁਗ 4 ਯੁਗੀ ਪਚਾਇਣ ਵਿੱਚ ਜਾਈ ਸਮਾਵੈ। ਚਾਰੋਂ ਅੱਛਰ ਇੱਕ ਕਰ ਵਾਹਿਗੁਰੂ ਜਪ ਮੰਤਰ ਸੁਣਾਵੈ। ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ। ਤੇ ਸਰਬ ਲੋਕ ਗ੍ਰੰਥ ਅਨੁਸਾਰ ਇਹ ਸ੍ਰੇਸ਼ਟ ਸਾਰ ਮੰਤਰ ਸਤਿਗੁਰਾਂ ਨੇ ਆਪਣੇ ਪਿਆਰੇ ਖਾਲਸੇ ਨੂੰ ਬਖਸ਼ਿਸ਼ ਕੀਤਾ। ਸਾਰ ਮੰਤਰ ਚਾਰੋਂ ਕਾ
4 ਵਾਹਿਗੁਰੂ ਮੰਤਰ ਨਿਰਧਾਰ ਕਲਪ ਕਲਪ ਪ੍ਰਤ ਅਕਸ਼ਰ ਕਹੀ ਸ੍ਰੀ ਗੁਰੂ ਨਾਨਕ ਜਾਪਿਓ ਸਹੀ ਨਿਜ ਆਤਮ ਪਰਮਾਤਮ ਦਰਸਿਓ 4 ਕਲਪ ਮੈਂ ਮੰਤਰ ਸਰਸਿਓ ਸਾ ਮੰਤਰ ਪ੍ਰਭ ਖਾਲਸੈ ਦੀਨਾ ਵਾਹਿਗੁਰੂ ਪਦ ਪਾਵਨ ਕੀਨਾ ਸਰਬਲੋਕ ਗ੍ਰੰਥ ਵਿੱਚੋਂ। ਥੋੜ੍ਹੇ ਦਿਨਾਂ ਪਿੱਛੋਂ ਤਾਂਤਰਿਕ ਜੋਗੀ ਕਰੇਰੂਏ ਪਿੰਡ ਦੀ ਜੂਹ 'ਚੋਂ ਆਪਣਾ ਡੇਰਾ ਛੱਡ ਕੇ ਕਿਸੇ ਹੋਰ ਅਣਦੱਸੀ ਥਾਂ 'ਤੇ ਪੱਤਰਾ ਵਾਚ ਗਿਆ।